ਵਾਹਿਗੁਰੂ जी का खालसा वाहिगुरू जी की फतेह। ਤੁਸੀਂ ਜਾਣਦੇ ਹੋ ਸਿੱਖ ਕੌਮ ਦੀ ਹਿਸਟਰੀ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਜ ਤੱਕ ਜੱਦੋ ਜਹਿਦ ਤੇ ਕੁਰਬਾਨੀਆਂ ਭਰਿਆ ਇਤਿਹਾਸ। ਗੁਰੂ ਨਾਨਕ ਸਾਹਿਬ ਜੀ ਨੇ ਉਸ ਸਮੇਂ ਦੀ ਜਿਹੜੀ ਵਿਵਸਥਾ ਸੀ, ਉਸ ਸਮੇਂ ਜਿਹੜੇ ਜ਼ੁਲਮ ਹੋ ਰਹੇ ਸੀ, ਉਹਨਾਂ ਦੇ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਤੇ ਕਿਸੇ ਦੇ ਵੀ ਭੈ ਹੇਠ ਨਹੀਂ, ਕਿਸੇ ਦੇ ਵੀ ਭੈ ਹੇਠ ਨਹੀਂ, ਨਿਰਭੈ ਹੋ ਕੇ ਕੀਤੀ। ਜੇ ਉਹਨਾਂ ਨੂੰ ਕਿਸੇ ਰਾਜ ਭਾਗ ਦੇ ਵਿਰੁੱਧ ਕਹਿਣਾ ਪਿਆ ਰਾਜੇ ਸ਼ੀਹੀ ਮੁਕੱਦਮ ਕੁੱਤੇ, ਤੇ ਉਹਨਾਂ ਨੇ ਕਿਹਾ ਬੜੀ ਦ੍ਰਿੜਤਾ ਨਾਲ। ਜੇ ਉਹਨਾਂ ਨੂੰ ਕਹਿਣਾ ਪਿਆ ਯਾਰ ਚੁੱਪ ਦਾ ਦਾਨ ਬਖਸ਼ੋ ਪਲੀਜ਼ ਸਾਰੇ। ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰਿਓ ਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ, ਹਉ ਭਾਲ ਵਕੁੰਨੀ ਹੋਈ ਅੰਧੇਰੇ ਰਾਹ ਨਾ ਦਿਸੇ ਕੋਈ। ਅੱਜ ਸਾਡੀ ਸਿੱਖ ਕੌਮ ਲਈ ਵੀ ਹਨੇਰਾ ਰਸਤਾ ਬਣਿਆ ਹੋਇਆ ਤੇ ਅਫਸੋਸ ਦੀ ਗੱਲ ਹੈ ਕਿ ਜਿਹੜੇ ਸਾਡੇ ਆਗੂ ਸੀ ਉਹ ਨੀਲਾ ਬੁਰਕਾ ਪਾ ਕੇ ਸਾਡੀ ਕੌਮ ਦੇ ਦੁਸ਼ਮਣ ਸਾਬਤ ਹੋਏ ਤੇ ਸਾਬਤ ਹੁੰਦਿਆਂ 50 ਸਾਲਾਂ 'ਚ ਉਹਨਾਂ ਦੀ ਸ਼ੁਰੂਆਤੀ ਜ਼ਿੰਦਗੀ ਤੋਂ ਲੈ ਕੇ ਅੱਜ ਤੱਕ ਦੇਖੀਏ ਤੇ ਉਹ ਗੁਨਾਹਾਂ ਨਾਲ ਭਰੇ ਹੋਏ ਨੇ ਤੇ ਦੋਸ਼ੀ ਨੇ। ਤੇ ਸਿੱਖ ਕੌਮ ਨੂੰ ਅੱਜ ਸਮਾਂ ਆ ਗਿਆ ਜਦੋਂ ਉਹਨਾਂ ਨੂੰ ਦੋਸ਼ੀ ਕਰਾਰ ਦੇ ਕੇ ਤੇ ਆਪਣੇ ਦਿਲਾਂ 'ਚੋਂ ਕੱਢ ਦੇਣਾ ਚਾਹੀਦਾ। ਅੱਜ ਅਸੀਂ ਜਿਸ ਵਜ੍ਹਾ ਕਰਕੇ ਇਕੱਠੇ ਹੋਏ ਆ, ਖਹਿਰਾ ਸਾਹਿਬ ਨੇ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ, ਰਿਪੀਟ ਕਰ ਦਿੱਤਾ। ਅਸੀਂ ਜਿਹੜੀ ਮੀਟਿੰਗ ਕੀਤੀ ਸੀ ਉਹਦੇ ਵਿੱਚ ਜਿਹੜੇ ਸਾਡੇ ਸਮਾਜ ਸਾਹਮਣੇ ਸਮੱਸਿਆਵਾਂ ਸੀ ਉਹ ਇਹੀ ਸੀਗੀਆਂ ਕਿ ਇੱਕ ਤਾਂ ਕਰੋਨਾ, ਇੱਕ ਸਾਡਾ ਬੜਾ ਮਹੱਤਵਪੂਰਨ ਪੰਜਾਬ ਦੇ ਕਿਸਾਨੀ ਅੰਦੋਲਨ ਦਾ ਮੁੱਦਾ ਜਿਹੜਾ ਅੱਜ ਵੀ ਲੱਖਾਂ ਦੀ ਗਿਣਤੀ 'ਚ ਦਿੱਲੀ ਦੀ ਸੜਕਾਂ 'ਤੇ ਬੈਠੇ ਨੇ। तो ਅਸੀਂ ਕਿਤੇ ਵੀ ਕੋਈ ਗਲਤੀ ਨਾ ਕਰ ਬੈਠੀਏ ਕਿਉਂਕਿ ਇਸ਼ੂ ਬੜਾ ਵੱਡਾ ਹੈ। ਇੱਕ ਇਸ਼ੂ ਇਹ ਜਿਹੜਾ ਅੱਜ ਗੁਰੂ ਗ੍ਰੰਥ ਸਾਹਿਬ ਵਰਸਸ ਪ੍ਰਕਾਸ਼ ਸਿੰਘ ਬਾਦਲ ਪਰਿਵਾਰ, ਉਹਦੇ ਵਿੱਚ ਜੱਜ ਨੇ ਜਿਹੜੀ ਹਮਾਕਤ ਕੀਤੀ ਜਾਂ ਗਲਤੀ ਕੀਤੀ ਜਾਂ ਪੱਖਪਾਤ ਕੀਤਾ, ਉਹ ਬਾਦਲ ਨੂੰ ਕਲੀਨ ਚਿੱਟ ਦਿੱਤੀ ਤੇ ਬਾਦਲ ਦਲੀਏ ਨੱਚਦੇ ਪਏ ਨੇ, ਉਹ ਢੋਲ ਵਜਾ ਕੇ ਨੱਚਦੇ ਪਏ ਨੇ ਤੇ ਲੱਡੂ ਵੰਡਦੇ ਪਏ ਨੇ ਤੇ ਉਹ ਸਾਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਹਦੇ ਵਿਰੁੱਧ ਜਿੱਤੇ ਨੇ। ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਜਿੱਤੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਕੌਣ ਖੜੂਗਾ, ਇਹ ਸਾਨੂੰ ਅੱਜ ਤੈਅ ਕਰਨਾ ਹੈ। ਅਸੀਂ ਜਾਣਦੇ ਆ ਜੋ ਕੁਝ ਅਸੀਂ ਕਹਿ ਰਹੇ ਆ ਇਹਦੇ ਵਿਰੁੱਧ ਸਾਨੂੰ ਅੰਦਰ ਕੀਤਾ ਜਾ ਸਕਦਾ, ਸਾਨੂੰ ਕੋਈ ਪਰਵਾਹ ਨਹੀਂ, ਭਾਵੇਂ ਫਾਂਸੀ ਤੇ ਲਟਕਾ ਦੇ ਕੋਈ, ਸਾਨੂੰ ਕੋਈ ਪਰਵਾਹ ਨਹੀਂ ਹਾਈ ਕੋਰਟ ਦੀ ਨਾ ਉਹਦੇ ਜੱਜਾਂ ਦੀ। ਜਿਹੜਾ ਗਲਤ ਫੈਸਲਾ ਆਇਆ ਉਸ ਨੂੰ ਅਸੀਂ ਗਲਤ ਕਹਾਂਗੇ ਤੇ ਅਸੀਂ ਨਹੀਂ ਗਲਤ ਕਹਿ ਰਹੇ, ਸਾਰੀ ਜੁਡੀਸ਼ਰੀ ਗਲਤ ਕਹਿ ਰਹੀ ਹੈ। ਹਾਈ ਕੋਰਟ ਦੇ ਜਿੰਨੇ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ, ਜੱਜ ਨੇ, ਸਾਰੇ ਇੱਕ ਰਹਿ ਨਾ ਕਹਿ ਰਹੇ ਕਿ ਇੱਕ ਪੱਖਪਾਤੀ ਫੈਸਲਾ ਤੇ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਤੇ ਆਪਣੇ ਆਕਾ ਨੂੰ ਖੁਸ਼ ਕਰਨ ਲਈ ਇਹਨਾਂ ਇੱਕ ਵਕੀਲ ਤੇ ਇੱਕ ਜੱਜ ਬਣ ਕੇ ਉਹਨਾਂ ਨੇ ਆਪਣੀ ਡਿਊਟੀ ਨਿਭਾਈ। ਵਰਨਾ ਇੱਕ ਸਿਪਾਹੀ ਹੋਵੇ, ਉਹਦੀ ਤਨਖਾਹ 35 ਤੋਂ 40 ਹਜ਼ਾਰ ਹੋਵੇ ਤੇ ਉਹ ਚੀਮਾ ਸਾਹਿਬ ਨੂੰ ਵਕੀਲ ਕਰੇ, ਉਹ ਅਗਰਵਾਲ ਸਾਹਿਬ ਨੂੰ ਵਕੀਲ ਕਰੇ, ਜਿਨ੍ਹਾਂ ਦੀ ਇੱਕ ਪੇਸ਼ੀ ਨਹੀਂ ਕੋਈ ਸਾਰੀ ਜ਼ਿੰਦਗੀ ਦੇ ਸਕਦਾ। ਤੋ ਇਹਨਾਂ ਦੇ ਪਿੱਛੇ ਕੌਣ ਆ? ਉਹੀ ਲੋਕ ਨੇ ਜਿਹੜੇ ਅੱਜ ਭੰਗੜਾ ਪਾ ਰਹੇ ਨੇ, ਲੱਡੂ ਵੰਡ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ ਦਾ ਮਜ਼ਾਕ ਉਡਾ ਰਹੇ ਨੇ। ਮੈਂ ਜੋ ਕੁਛ ਅੱਜ ਗੱਲਾਂ ਹੁੰਦੀਆਂ ਨੇ ਜੁਡੀਸ਼ਰੀ 'ਚ, ਮੈਂ ਤੁਹਾਨੂੰ ਬੜੀਆਂ ਕਲੀਅਰ ਕੱਟ ਦੱਸ ਰਿਹਾ। ਤੁਸੀਂ ਬਾਦਲ ਸਾਹਿਬ ਦੇ ਜਮਾਂਦਰੂ ਭਾਈਵਾਲ ਚੌਟਾਲਿਆਂ ਦੀ ਸਰਕਾਰ 2000 ਮਾਰਚ ਤੋਂ 2005 ਤੱਕ ਚੱਲੀ, ਪ੍ਰੈਸ ਸਾਰੀ ਜਾਣਦੀ। ਚੌਟਾਲਾ ਦੀ ਸਰਕਾਰ ਵਿੱਚ ਸ੍ਰੀ ਅਸ਼ੋਕ ਅਗਰਵਾਲ ਐਡਵੋਕੇਟ ਜਨਰਲ ਸਨ ਅਤੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਸ੍ਰੀ ਰਾਜਵੀਰ ਸਹਿਰਾਵਤ ਸਨ, ਜਿਹੜੇ ਕਿ ਅੱਜ ਹਾਈ ਕੋਰਟ ਦੇ ਜੱਜ ਬਣ ਕੇ ਤੇ ਫੈਸਲਾ ਸੁਣਾ ਰਹੇ ਨੇ। ਇਹਨਾਂ ਦੀਆਂ ਤੰਦਾਂ ਦੇਖੋ ਕਿੱਥੋਂ ਮਿਲਦੀਆਂ ਨੇ ਤੇ ਕਿਸ ਤਰ੍ਹਾਂ ਮਿਲਦੀਆਂ ਨੇ ਤੇ ਕਿੱਥੇ ਆ ਕੇ ਉਹਨਾਂ ਦਾ ਅਸਰ ਦਿਖਾਈ ਦਿੰਦਾ। ਚੌਟਾਲਾ ਸਰਕਾਰ ਤੋਂ ਬਾਅਦ ਅਸ਼ੋਕ ਅਗਰਵਾਲ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਾਦਲ ਦੀ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਬਣੇ ਤੇ ਅੱਜ ਇਹੀ ਸਾਰੀ ਜੁਡੀਸ਼ਰੀ ਇਹ ਕਹਿੰਦੇ ਆ ਕਿ ਉਸੇ ਸਮੇਂ
ਚੌਟਾਲਾ ਦੀ ਕਿਰਪਾ ਨਾਲ ਰਾਜਵੀਰ ਸਹਿਰਾਵਤ ਜੀ ਜੱਜ ਬਣੇ ਹਾਈ ਕੋਰਟ ਦੇ। ਤੇ ਇਹ ਐਡਵੋਕੇਟ ਅਸ਼ੋਕ ਅਗਰਵਾਲ ਉਹੀ ਨੇ ਜਿਨ੍ਹਾਂ ਦੀ ਕਿਰਪਾ ਸਦਕਾ ਪੰਜਾਬ ਦੇ ਪਾਣੀ ਹਰਿਆਣਾ ਨੂੰ ਗਏ ਬਾਦਲ ਦੇ ਰਾਜ 'ਚ। ਇਹ ਅੱਜ ਜਿਹੜਾ ਸ਼੍ਰੀ ਅਸ਼ੋਕ ਅਗਰਵਾਲ ਸ਼੍ਰੀ ਰਾਜਵੀਰ ਸਹਿਰਾਵਤ ਦੀ ਜੋੜੀ ਨੇ ਜੱਜ ਤੇ ਵਕੀਲ ਦੇ ਰੂਪ ਧਾਰ ਕੇ ਆਪਣੇ ਪੁਰਾਣੇ ਮਾਲਕਾਂ ਦੇ ਅਹਿਸਾਨਾਂ ਦਾ ਮੁੱਲ ਮੋੜਿਆ, ਉਹ ਸਾਡੀ ਸਿੱਖ ਕੌਮ ਦੇ ਸਾਹਮਣੇ ਆਇਆ ਤੇ ਸਾਡੀ ਸਿੱਖ ਕੌਮ ਦੇ ਹਿਰਦੇ ਵਲੂੰਦਰ ਗਿਆ। ਜਿਹੜਾ ਵੀ ਫੈਸਲਾ ਆਇਆ ਤੁਹਾਨੂੰ ਡਿਟੇਲ 'ਚ ਦੱਸਿਆ ਖਹਿਰਾ ਸਾਹਿਬ ਨੇ। ਇਹ ਇੱਕ ਤਾਂ ਇਹ ਦੇਖਣ ਵਾਲੀ ਚੀਜ਼ ਆ ਕਿ ਜਿਹੜਾ ਇਹ ਫੈਸਲਾ ਸੁਣਾਇਆ ਗਿਆ ਇਹ ਨਾ ਤੇ ਕਿਸੇ ਲੋਅਰ ਕੋਰਟ ਦਾ ਫੈਸਲਾ ਸੀ ਕੋਈ ਜਿਹਦੇ ਵਿਰੁੱਧ ਕੋਈ ਅਪੀਲ ਕੀਤੀ ਗਈ ਹੋਵੇ। ਇਹ ਕੋਈ ਲੋਅਰ ਕੋਰਟ ਦੇ ਫੈਸਲੇ ਦੇ ਵਿਰੁੱਧ ਅਪੀਲ ਨਹੀਂ ਸੀ ਤੇ ਨਾ ਹੀ ਇਹ ਰਿਵੀਜ਼ਨ ਪਟੀਸ਼ਨ ਸੀ। ਇਹ ਇੱਕ ਸਿਵਲ ਰਿਟ ਪਟੀਸ਼ਨ ਸੀ ਧਾਰਾ 226 ਦੇ ਅੰਤਰਗਤ। ਇਹ ਸਿਵਲ ਰਿਟ ਪਟੀਸ਼ਨ ਦੇ ਅੰਤਰਗਤ ਇੱਕ ਲੋਅਰ ਕੋਰਟ ਦੇ ਵਿੱਚ ਜਿਹੜਾ ਫੈਸਲਾ ਪਿਆ ਉਹਦੇ ਵਿੱਚ ਜਿਹੜੀ ਚਲਾਨ ਦੀ ਆਖਰੀ ਕਿਸ਼ਤ ਆਉਣੀ ਸੀ ਉਹ ਆਉਣ ਤੋਂ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪੁੱਤਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਇਹ ਜਿਹੜੀ ਸਿਵਲ ਰਿਟ ਪਟੀਸ਼ਨ ਦੇ ਅਧੀਨ ਇਹ ਕੀਤਾ ਜੱਜ ਸਾਹਿਬ ਨੇ ਇਹ ਨਿੰਦਣਯੋਗ ਫੈਸਲਾ, ਪੱਖਪਾਤੀ ਫੈਸਲਾ ਤੇ ਮੈਨੂੰ ਨਹੀਂ ਲੱਗਦਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਇਤਿਹਾਸ ਵਿੱਚ ਇਹੋ ਜਿਹੀ ਗਲਤੀ ਕਿਸੇ ਜੱਜ ਨੇ ਕੀਤੀ ਹੋਵੇ। ਇਹ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ। ਇੱਕ ਜਿਹੜੀ ਹੋਰ ਗਲਤੀ ਕੀਤੀ ਜਿਹੜੀ ਕਲੀਨ ਚਿੱਟ ਦਿੱਤੀ ਜੱਜ ਸਾਹਿਬ ਨੇ, ਇਹ ਕਲੀਨ ਚਿੱਟ ਜਿਹੜੀ ਦਿੱਤੀ ਨਾ ਤੇ ਉਹ ਮੰਗਣ ਵਾਲੇ ਸੀ ਤੇ ਨਾ ਹੀ ਉਹਨਾਂ ਨੇ ਉਹ ਹਿੱਸੇਦਾਰ ਸੀ, ਕਿਉਂਕਿ ਰਿਟ ਪਟੀਸ਼ਨ ਕਰਨ ਵਾਲਾ ਇੱਕ ਸਿਪਾਹੀ ਸੀ। ਉਹ ਸਿਪਾਹੀ ਸੀ ਜਿਹੜਾ ਉਹਦੇ ਨਾਲ ਕੋਈ ਜਸਟਿਸ ਕਰਦੇ ਜਾਂ ਕੋਈ ਗੱਲ ਹੁੰਦੀ ਤੇ ਸਾਨੂੰ ਸਮਝ ਆਉਂਦੀ। ਪਰ ਜਿਹੜੀ ਇਹਨਾਂ ਨੇ ਰਿਟ ਪਟੀਸ਼ਨ ਇਹ ਸਿਵਲ ਰਿਟ ਪਟੀਸ਼ਨ ਦੇ ਵਿੱਚ ਕਲੀਨ ਚਿੱਟ ਦਿੱਤੀ ਆ, ਉਸ ਕਲੀਨ ਚਿੱਟ ਦੇ ਨਾਲ ਇਹ ਵੀ ਲਿਖ ਦਿੱਤਾ ਕਿ 6 ਮਹੀਨਿਆਂ ਦੇ ਅੰਦਰ ਇਹ ਇਨਕੁਆਇਰੀ ਨਵੇਂ ਸਿਰਿਓਂ ਕਰਾਈ ਜਾਵੇ ਤੇ ਉਸ ਤੇ ਸਾਡੀ ਸਰਕਾਰ ਫੈਸਲਾ ਲੈ ਰਹੀ ਹੈ ਕਿ ਰਿਟ ਪਟੀਸ਼ਨ ਦੇ ਅਨੁਸਾਰ ਫੈਸਲੇ ਅਨੁਸਾਰ ਸਿੱਟ ਨਵੀਂ ਬਣੂਗੀ। ਹੁਣ ਸਾਡੀ ਸਰਕਾਰ ਇਹ ਦੱਸੇ ਕਿ ਇਹਨਾਂ ਦੀ ਜਿਹੜੀ ਸਿੱਟ ਆ ਉਹ ਕਿੰਨੀ ਸ਼ਕਤੀਸ਼ਾਲੀ ਹੋਊਗੀ ਜਿਹੜੀ ਹਾਈ ਕੋਰਟ ਦੇ ਫੈਸਲੇ ਨੂੰ ਇਗਨੋਰ ਕਰਕੇ ਤੇ ਪਿਓ ਪੁੱਤਰ ਦੇ ਖਿਲਾਫ ਇਹ ਇਨਕੁਆਇਰੀ ਕਰੂਗੀ। ਇੱਕ ਹਾਈ ਕੋਰਟ ਦਾ ਫੈਸਲਾ ਜਿਹ 'ਚ ਕਲੀਨ ਚਿੱਟ ਮਿਲੀ ਹੋਵੇ ਬਾਦਲ ਪਰਿਵਾਰ ਨੂੰ ਤੇ ਉਸੇ ਫੈਸਲੇ ਦੇ ਅਨੁਸਾਰ ਇੱਕ ਸਿੱਟ ਬਣੇ ਤੇ ਉਹ ਸਿੱਟ ਜਿਹੜੀ ਆ ਸਾਨੂੰ ਸਮਝ ਨਹੀਂ ਆਉਂਦੀ ਕਿਵੇਂ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਜਾ ਕੇ ਤੇ ਇਹਨਾਂ ਪਿਓ ਪੁੱਤਾਂ ਦੇ ਖਿਲਾਫ ਕੋਈ ਐਕਸ਼ਨ ਲੈ ਸਕਦੀ। ਇਹ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ। ਅਸੀਂ ਇੱਕ ਤਾਂ ਸਰਕਾਰ ਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਤੁਸੀਂ ਆਪਣੇ ਫਰਜ਼ ਨਿਭਾਓ। ਤੁਸੀਂ ਬਹੁਤ ਪ੍ਰੋਮਿਸ ਕੀਤੇ ਨੇ ਸਿੱਖਾਂ ਨਾਲ ਤੇ ਵਰਨਾ ਸਿੱਖਾਂ ਦੇ ਕੋਲ ਤੇ ਇੱਕੋ ਇੱਕ ਰਸਤਾ ਕਿ ਉਹ ਆਪ ਆਪਣੇ ਦੋਸ਼ੀ ਨੂੰ ਟਾਰਗੇਟ ਬਣਾ ਕੇ ਲੈਣ, ਆਪਣੇ ਦੋਸ਼ੀ ਨੂੰ ਟਾਰਗੇਟ ਬਣਾ ਕੇ ਸਿੱਖ ਫੀਲਡ ਦੇ ਵਿੱਚੋਂ ਬਾਹਰ ਕਰਨ ਲਈ ਉਹ ਰਸਤਾ ਅਪਣਾਉਣ ਜਿਹੜਾ ਸਾਨੂੰ ਅਪਣਾਉਣਾ ਚਾਹੀਦਾ। ਅਸੀਂ ਇੱਕ ਜਿਹੜਾ ਉਸ ਦਿਨ ਡਿਸੀਜਨ ਲਿਆ ਜਲਦੀ ਦੇ ਵਿੱਚ ਕਹਿ ਲਓ ਜਾਂ ਸਮੇਂ ਦੇ ਹਾਲਾਤ ਨੂੰ ਮੁੱਖ ਰੱਖ ਕੇ, ਉਹ ਸਾਡਾ ਫੈਸਲਾ ਇਹ ਸੀ ਕਿ ਅਸੀਂ ਇਹ ਜਿਹੜੀ ਰਿਟ ਪਟੀਸ਼ਨ ਤੇ ਇੱਕ ਜੱਜਮੈਂਟ ਬਣੀ ਆ ਇਹ ਕਾਲਾ ਲੇਖ ਕਿਹਾ ਜਾ ਸਕਦਾ, ਜੱਜਮੈਂਟ ਨਹੀਂ। ਤੇ ਇਹ ਕਾਲੇ ਲੇਖ ਨੂੰ ਅਸੀਂ ਇਸ ਕਾਲੀ ਕਰਤੂਤ ਨੂੰ ਅਸੀਂ ਸਾੜ ਕੇ ਸਵਾਹ ਦੇ ਵਿੱਚ ਛਾਣ ਕੇ ਪਾਵਾਂਗੇ। ਇਸ ਨੂੰ ਸਵੀਕਾਰ ਨਹੀਂ ਕਰਾਂਗੇ ਤੇ ਇਸ ਨੂੰ ਸਾੜਨ ਲਈ ਅਸੀਂ 30 ਤਰੀਕ 11 ਵਜੇ ਕੋਟਕਪੂਰੇ ਦੇ ਮੁਕਾਮ ਤੇ ਜਿੱਥੇ ਇਹ ਹਾਦਸੇ ਵਾਪਰੇ ਉੱਥੋਂ ਆ ਕੇ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਕਾਪੀ ਮੈਂ ਫਾੜੂੰਗਾ। ਜੇ ਕਿਸੇ ਅਦਾਲਤ ਨੇ ਸਰਕਾਰ ਨੇ ਗ੍ਰਿਫਤਾਰ ਕਰਨਾ ਹੋਵੇ ਤਾਂ ਮੈਨੂੰ ਕਰੇ। ਅਤੇ ਨਾਲ ਹੀ ਮੈਂ ਆਲ ਓਵਰ ਵਰਲਡ ਦੇ ਵਿੱਚ ਵਸਦੇ ਸਿੱਖ ਵੀਰਾਂ ਨੂੰ ਆ ਜੱਜਮੈਂਟ ਦੀ ਕਾਪੀ ਆ। ਇਹ 30 ਤਰੀਕ ਨੂੰ 11 ਵਜੇ ਮੈਂ ਸਾੜੂੰਗਾ ਜੀ ਸਾਰੀ ਸੰਗਤ ਦੇ ਸਾਹਮਣੇ ਕੋਟਕਪੂਰੇ ਦੇ ਚੌਕ 'ਚ, ਬੱਤੀਆਂ ਵਾਲਾ ਚੌਕ।
ਤੇ ਅਸੀਂ ਸਮੂਹ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ ਤੋਂ ਕੁਰਬਾਨ ਹੁੰਦਿਆਂ ਹੋਇਆਂ ਇਹ ਜਿਹੜੀ ਜੱਜਮੈਂਟ ਦਾ ਫੈਸਲਾ, ਇਹਨੂੰ ਭਾਵੇਂ ਤੁਸੀਂ ਇੰਟਰਨੈਟ ਦੀ ਰਾਹੀਂ, ਗੂਗਲ ਰਾਹੀਂ, ਜਿਸ ਤਰ੍ਹਾਂ ਵੀ ਹਾਸਲ ਕਰਕੇ ਇਹਦੀਆਂ ਕਾਪੀਆਂ ਕਢਵਾ ਕੇ ਜਿੱਥੇ ਬੈਠੇ ਹੋ ਉੱਥੇ ਸਾੜ ਕੇ ਆਪਣਾ ਪ੍ਰੋਟੈਸਟ ਕਰੋ। ਤੇ ਇਹ ਸਰਕਾਰ ਨੂੰ, ਸਰਕਾਰ ਦੇ ਪਿਆਦਿਆਂ ਨੂੰ ਤੇ ਜੱਜਾਂ ਨੂੰ ਇਹ ਦੱਸ ਦਿਓ ਕਿ ਅਸੀਂ ਤੁਹਾਡੇ ਗਲਤ ਫੈਸਲੇ ਪ੍ਰਵਾਨ ਨਹੀਂ ਕਰਾਂਗੇ। ਇਹ ਸਾਡਾ ਜਿਹੜਾ ਫੈਸਲਾ ਹੋਇਆ ਸੀ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਾ ਦਿੱਤਾ। ਅਕਾਲ ਪੁਰਖ ਸੱਚੇ ਵਾਹਿਗੁਰੂ ਕਿਰਪਾ ਕਰੇ। ਅਸੀਂ ਬੜੀ ਦਿਆਨਤਦਾਰੀ ਦੇ ਨਾਲ ਇਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਉਹ ਸਰੂਪ, ਪਾਵਨ ਸਰੂਪ ਜਿਹੜੇ ਹੱਥ ਲਿਖਤ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ 502, 2 ਦਸਮ ਗ੍ਰੰਥ ਦੇ ਸਰੂਪ, 2 ਜਨਮ ਸਾਖੀਆਂ, 28 ਹੁਕਮਨਾਮੇ ਹੱਥ ਲਿਖਤ ਅਸਲ ਜਿਹੜੀ ਸਰਕਾਰ ਲੈ ਗਈ ਸੀ ਬਲੂ ਸਟਾਰ ਦੇ ਸਮੇਂ, ਉਹ 90 ਤੱਕ ਵਾਪਸ ਕਰ ਗਈ। ਜਿਹੜੀ ਅੱਜ ਬਾਦਲ ਦੀ ਕਿਰਪਾ ਨਾਲ ਕਿਸੇ ਏਜੰਸੀ ਕੋਲ ਗਏ ਨੇ ਉਹ ਸਾਨੂੰ ਮਿਲ ਨਹੀਂ ਰਹੇ। ਹਾਈ ਕੋਰਟ ਨੂੰ ਵੀ ਇਹ ਪ੍ਰਬੰਧਕ ਕਮੇਟੀ ਜਵਾਬ ਨਹੀਂ ਦੇ ਰਹੀ। ਅਸੀਂ ਸਿਰਫ ਤੇ ਸਿਰਫ ਅੰਦੋਲਨ ਕਰਕੇ ਚੁੱਪਿਆ, ਕਰੋਨਾ ਕਰਕੇ ਚੁੱਪਿਆ, ਠੰਡੇ ਨਹੀਂ ਪਏ। ਅਸੀਂ ਇਹ ਹਾਸਲ ਕਰਕੇ ਛੱਡਾਂਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ ਤੋਂ ਕੁਰਬਾਨ ਹੋਣ ਤੱਕ ਜਾਵਾਂਗੇ ਜਿੰਨੀ ਦੇਰ ਤੱਕ ਸਾਨੂੰ ਜਸਟਿਸ ਨਹੀਂ ਮਿਲੂਗਾ। तो पुल चोकरी खेमा जी, समूह संगत का बहुत बहुत धन्यवाद। किसी ने सवाल करना हो तो कर सकता। नहीं ਜਿਹੜਾ ਤੁਹਾਨੂੰ ਅਸੀਂ ਪ੍ਰੋਗਰਾਮ ਦਿੱਤਾ ਨਾ ਜੀ, ਇਹ ਕਿਸਾਨਾਂ ਦਾ ਮੋਰਚਾ ਨੂੰ ਮੱਦੇ ਨਜ਼ਰ ਰੱਖ ਕੇ, ਕਰੋਨਾ ਨੂੰ ਮੱਦੇ ਨਜ਼ਰ ਰੱਖ ਕੇ ਇੱਕ ਪ੍ਰੋਟੈਸਟ ਦੇ ਤੌਰ ਤੇ ਇਹ ਇੱਕ ਛੋਟਾ ਫੈਸਲਾ ਨਹੀਂ, ਬਹੁਤ ਵੱਡਾ ਫੈਸਲਾ। ਜੇ ਅਖਲਾਕ ਹੋਵੇ ਹਾਈ ਕੋਰਟ ਦੇ ਜੱਜ ਕੋਲ ਤੇ ਉਹਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ। ਇੱਕ ਵਾਰੀ ਤਾਇਦ ਕਰ ਲੈਣ ਦਿਓ। ਇੱਕ ਮੇਰੀ ਬੇਨਤੀ ਹੋ ਰਿਹਾ, ਇਹ ਪ੍ਰਕਾਸ਼ ਸਿੰਘ ਬਾਦਲ ਮਤ ਸਮਝੇ ਕਿ ਅਸੀਂ ਇਸ ਨੂੰ ਦੇਖ ਰਹੇ ਨਹੀਂ ਰਹੇ। ਪੰਥ ਦੀ ਖੁੱਲੀ ਅੱਖ ਇਸ ਨੂੰ ਦੇਖ ਰਹੀ ਆ। ਇਸ ਨੇ ਚਰਨਜੀਤ ਚੱਡੇ ਨੂੰ ਕਲੀਨ ਚਿੱਟ ਦਵਾਤੀ ਤੇ ਲੰਗਾਹ ਨੂੰ ਦੌੜ ਲਈ ਰਾਹ ਸਾਫ਼ ਕਰ ਰਿਹਾ। ਇਹ ਸਿੱਖਾਂ ਨੇ ਬਰਦਾਸ਼ਤ ਨਹੀਂ ਕਰਨਾ। ਇਹ ਵਿਭਚਾਰੀ ਜਿਹੜੇ ਕੌਮ ਦੇ ਸਰਪ੍ਰਸਤ ਨਹੀਂ ਬਣ ਦੇਣੇ ਅਸੀਂ। ਇਹ ਜਿਹੜਾ ਗਿਆਨੀ ਬਿਠਾਇਆ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲ ਤਖਤ ਤੇ, ਉਹਨੂੰ ਬੰਦੇ ਦਾ ਪੁੱਤ ਬਣ ਕੇ ਤੇ ਆਪਣੇ ਘਰ ਬੈਠ ਜਾਣਾ ਚਾਹੀਦਾ। ਬਾਦਲ ਦੇ ਹੁਕਮ ਨਾ ਪਾਲੇ, ਵਰਨਾ ਇਹਦਾ ਬਹੁਤ ਵੱਡਾ ਖਮਿਆਜਾ ਨੂੰ ਭੁਗਤਣਾ ਪਊਗਾ। ਇਹ ਮਜ਼ਾਕ ਨਹੀਂ। ਇਹ ਗੁਰੂ ਨਾਨਕ ਦੀ ਸੱਚੀ ਪਾਤਸ਼ਾਹੀ ਅਕਾਲ ਤਖਤ ਸਾਹਿਬ, ਅਕਾਲ ਤਖਤ ਸਾਹਿਬ ਤੋਂ ਵਿਭਚਾਰੀ ਸੁੱਚੇ ਲੰਗਾਹ ਵਰਗਿਆਂ ਨੂੰ ਮਾਫ ਕਰਕੇ ਪੰਥ ਦੇ ਵਿੱਚ ਸਾਡੇ ਤੇ ਲਿਆ ਕੇ ਸਰਪ੍ਰਸਤੀ ਬਣਾਉਣ ਨੂੰ ਜਿਹੜੀਆਂ ਤਿਆਰੀਆਂ ਹੋ ਰਹੀਆਂ, ਉਹਨਾਂ ਨੂੰ ਅਸੀਂ ਰਾਹ ਨਹੀਂ ਦੇਵਾਂਗੇ, ਉਹਨਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਬਾਦਲ ਨੂੰ ਚਾਹੀਦਾ ਕਿ ਉਹ ਜੋ ਕੁਝ ਵੀ ਕਰ ਚੁੱਕਾ ਹੈ ਉਸ ਤੋਂ ਤੋਬਾ ਕਰੇ ਤੇ ਆਪਣੇ ਪਰਿਵਾਰ ਨੂੰ ਲੈ ਕੇ ਕੋਈ ਹੋਰ ਥਾਂ ਮੱਲੇ, ਪੰਥ ਦਾ ਖਹਿੜਾ ਛੱਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਇੱਥੇ ਰਹੋ ਤੁਸੀਂ। ਮੈਂ ਹੁਣ ਬੇਨਤੀ ਕਰੂੰਗਾ ਕਿ ਸਵਾਲ ਤੁਸੀਂ ਜੇ ਅਗਰ ਪੁੱਛਣਾ ਤਾਂ ਬਾਅਦ 'ਚ ਪੁੱਛ ਲਿਓ। ਇੱਕ ਵਾਰ ਇਸ ਕਾਲ ਦੀ ਕੁਝ ਸੱਜਣ ਜਿਹੜੇ ਤਾਇਦ ਕਰਨਗੇ ਬਰੀਫਲੀ। ਮੈਂ ਪਹਿਲਾਂ ਬੇਨਤੀ ਕਰੂੰਗਾ ਹਰਦੀਪ ਸਿੰਘ ਜੀ, ਡਿਪਟੀ ਜਿਨ੍ਹਾਂ ਦਾ ਪੋਤਰਾ ਇਹਨਾਂ ਦਿਨਾਂ 'ਚ ਦਿੱਲੀ ਟਰੈਕਟਰ ਪਰੇਡ ਵਿੱਚ ਸ਼ਹੀਦ ਹੋਇਆ ਸੀ, ਨਵਰੀਤ ਸਿੰਘ। ਕੋਈ ਨਹੀਂ ਹੁਣ ਇਹਨਾਂ ਉੱਚੀ ਬੋਲ ਦਿਓ। ਤੁਸੀਂ ਸਾਰਿਆਂ ਨੇ ਸਿੰਘ ਸਾਹਿਬ ਤੋਂ ਸੁਣ ਲਿਆ, ਖਹਿਰਾ ਸਾਹਿਬ ਨੇ ਵੀ ਸਾਰੀਆਂ ਗੱਲਾਂ ਕਹਿ ਦਿੱਤੀਆਂ। ਇਹ ਸਾਡਾ ਮੀਟਿੰਗ ਵਿੱਚ ਲਿਆ ਸਰਵਸੰਮਤੀ ਨਾਲ ਫੈਸਲਾ ਸੀਗਾ, ਕਿਉਂਕਿ ਜਿਹੜੀ ਜੱਜਮੈਂਟ ਆਈ ਹੈ ਉਸ ਤੋਂ ਬਾਅਦ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹੀ ਕਿ ਇਹ ਸਾਰੀ ਤੈਅਸ਼ੁਦਾ ਪਲੈਨਿੰਗ ਦੇ ਤਹਿਤ, ਇੱਕ ਸਾਜ਼ਿਸ਼ ਦੇ ਤਹਿਤ ਲਿਆਂਦਾ ਗਿਆ ਫੈਸਲਾ ਸੀਗਾ, ਜਿਸ ਨੂੰ ਸਿੱਖ ਕੌਮ ਕਦੀ ਪਰਵਾਹ ਨਹੀਂ ਕਰੀ। ਇਸ ਦੀਆਂ ਕਾਪੀਆਂ ਸਾੜਨ ਦਾ ਜਿਹੜਾ ਅੱਜ ਸਿੰਘ ਸਾਹਿਬ ਨੇ ਐਲਾਨ ਕੀਤਾ ਹੈ, ਅਸੀਂ 3 ਤਰੀਕ ਨੂੰ ਸ਼ੁਰੂ ਕਰਾਂਗੇ। ਅਸੀਂ ਸਾਰੇ ਹੀ ਉਸ ਦੀ ਤਾਇਦ ਕਰਦੇ ਹਾਂ ਤੇ ਅਸੀਂ ਸਾਰੀ ਸਿੱਖ ਕੌਮ ਨੂੰ ਇਹ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਕੋਈ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ ਜਾਂ ਕੋਈ ਇਨਸਾਫ ਪਸੰਦ ਸ਼ਹਿਰੀ ਹੋਰ ਵੀ ਕਿਸੇ ਕੌਮ ਨਾਲ ਵਾਬਸਤਾ ਹੈ, ਉਹ ਇਸ ਫੈਸਲੇ ਦੀਆਂ ਕਾਪੀਆਂ ਸਾੜੇ। ਔਰ ਜੁਡੀਸ਼ਰੀ ਜਿਹੜੀ ਕਿ ਗੁਲਾਮ ਬਣ ਚੁੱਕੀ ਹੈ, ਇਸ ਦੀ ਮਾਨਸਿਕਤਾ ਜਿਹੜੀ ਗੁਲਾਮੀ ਵਾਲੀ ਹੋ ਚੁੱਕੀ ਹੈ, ਜਿਸ ਨੇ ਦੇਸ਼ ਦਾ ਬੇੜਾ ਗਰਕ ਕਰ ਰੱਖਿਆ ਹੈ, ਇਸ ਤੇ ਜਿਹੜਾ ਸਵਾਲੀਆ ਨਿਸ਼ਾਨ ਲੱਗੇ ਹੋਏ ਹਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਲਾਈਮਲਾਈਟ ਵਿੱਚ ਆਉਣੀਆਂ ਚਾਹੀਦੀਆਂ। ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਹਿੰਦੁਸਤਾਨ ਦੀ ਜੁਡੀਸ਼ਰੀ ਅੱਜ ਕਿਸ ਸਤਰ ਤੇ ਜਾ ਕੇ ਡਿੱਗ ਚੁੱਕੀ ਹੈ ਔਰ ਵਿਕ ਚੁੱਕੀ ਹੈ। ਮੈਂ ਆਪਣੇ ਵੱਲੋਂ ਇਸ ਜਿਹੜੀ ਅਨਾਉਂਸਮੈਂਟ ਹੋਈ ਹੈ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਵੱਲੋਂ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ,
ਮੈਂ ਉਸ ਦੀ ਤਾਰੀਫ ਕਰਦਾ। ਅਸੀਂ ਸਾਰੇ ਹੀ ਇਸ ਫੈਸਲੇ ਨਾਲ ਪੂਰਨ ਤੌਰ 'ਤੇ ਸਹਿਮਤ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਇਹ ਪੰਥਕ ਇਕੱਠ ਦੇ ਵਿੱਚ ਜੋ ਫੈਸਲਾ ਸਿੰਘ ਸਾਹਿਬ ਨੇ ਸੁਣਾਇਆ ਹੈ, ਸਭ ਤੋਂ ਪਹਿਲਾਂ ਤਾਂ ਮੈਂ ਉਹਦੀ ਤਾਇਦ ਮਜੀਦ ਕਰਦਾ ਤੇ ਨਾਲੇ ਅੱਜ ਸਮੁੱਚੀ ਸਿੱਖ ਕੌਮ ਦਾ ਮਨ ਤੇ ਹਿਰਦੇ ਬਲੁੰਦਰੇ ਗਏ ਨੇ ਇਸ ਫੈਸਲੇ ਤੋਂ ਬਾਅਦ, ਤੇ ਕਿਸੇ ਨੇ ਵੀ ਇਸ ਹਾਈ ਕੋਰਟ ਦੇ ਫੈਸਲੇ ਨੂੰ ਪ੍ਰਵਾਨ ਨਹੀਂ ਕੀਤਾ। ਸੋ ਅਸੀਂ ਜਿਹੜਾ ਜੋ ਇਸ ਫੈਸਲਾ ਹੈ ਇਹਦੀ ਨਾਲ ਪੂਰੇ ਡਟ ਕੇ ਖੜੇ ਹਾਂ ਤੇ ਖੁਦ ਅਸੀਂ ਸਿੰਘ ਸਾਹਿਬ ਦੇ ਨਾਲ ਜੋ ਫੈਸਲਾ ਇਹਨਾਂ ਨੇ ਲਿਆ ਹੈ, ਇਹ ਕਾਪੀਆਂ ਸਾੜਾਂਗੇ ਵੀ, ਪਾੜਾਂਗੇ ਵੀ, ਤੇ ਜਿਸ ਤਰ੍ਹਾਂ ਦਾ ਵੀ ਵੱਧ ਤੋਂ ਵੱਧ ਜੋ ਵਿਰੋਧ ਹੋ ਸਕਿਆ ਇਹਨਾਂ ਫੈਸਲਿਆਂ ਦਾ ਵਿਰੋਧ ਮੈਂ ਸਮਝਦਾ ਸਾਡੀ ਸਾਰਿਆਂ ਦੀ ਕਰਨ ਦੀ ਡਿਊਟੀ ਬਣਦੀ ਹੈ, ਤਾਂ ਕਿ ਜੋ ਬੜੇ ਲੰਬੇ ਸਮੇਂ ਤੋਂ ਪਿਛਲੇ 7 ਸਾਲਾਂ ਤੋਂ ਲੋਕ ਸੰਗਤ ਜੋ ਨਿਆਂ ਦੀ ਉਮੀਦ ਲਾਈ ਬੈਠੀ ਸੀ, ਅੱਜ ਉਹਨਾਂ ਦਾ ਇਹ ਭਰੋਸਾ ਮੈਂ ਸਮਝਦਾ ਜੁਡੀਸ਼ਰੀ ਤੋਂ ਵੀ ਤੇ ਸਰਕਾਰ ਤੰਤਰ ਤੋਂ ਵੀ ਜਿਹੜਾ ਉੱਠਿਆ ਹੈ। ਸੋ ਇਸ ਲਈ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਆਪਾਂ ਸਾਰੇ ਜੋ ਫੈਸਲਾ ਸਾਡੀਆਂ ਜੋ ਪੰਥਕ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਲਿਆ ਗਿਆ ਉਹਦਾ ਪੂਰਾ ਸਮਰਥਨ ਕਰੀਏ। ਸੋ ਮੈਂ ਇਹਦੀ ਜਿਹੜੀ ਫੈਸਲੇ ਦੀ ਤਾਇਦ ਮਜੀਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬੇਨਤੀ ਕਰੂੰਗਾ ਭਾਈ ਹਰਜਿੰਦਰ ਸਿੰਘ ਜੀ ਮਾਝੀ, ਜਿਨ੍ਹਾਂ ਨੇ ਕੋਟਕਪੂਰੇ ਦੇ ਚੌਂਕ ਦੇ ਵਿੱਚ ਇੱਕ ਲਾਨਤ ਪੱਤਰ ਪੜ੍ਹਿਆ ਸੀਗਾ, ਬਹੁਤ ਡਿਟੇਲ, ਔਰ ਇਹ ਉਸ ਦੇ ਨਾਲ ਹੀ ਸਾਡੀ ਮੀਟਿੰਗ ਦੇ ਵਿੱਚ ਵੀ ਹਾਜ਼ਰ ਸਨ। ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਇਹ ਵਿਚਾਰ ਸੰਖੇਪ ਤੌਰ ਦੇ ਉੱਤੇ ਔਰ ਇਸ ਪ੍ਰੋਗਰਾਮ ਦੀ ਜਿਹੜੀ ਸਿੰਘ ਸਾਹਿਬ ਨੇ ਅਨਾਉਂਸ ਕੀਤਾ ਇਹਦੀ ਤਾਇਦ ਕਰਨ। ਸੁਰਾਜ ਨੂੰ ਲਿਆਉਣਾ ਜੀ ਬਾਅਦ ਚ ਲਿਓ, ਬਾਅਦ ਤੇ ਤੁਸੀਂ ਇੱਥੇ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਰਹਿਬਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬੇਅਦਬੀਆਂ, ਇਨਸਾਫ ਮੰਗਣ ਵਾਲਿਆਂ ਨੂੰ ਇਨਸਾਫ ਦੀ ਥਾਂ ਗੋਲੀਆਂ ਮਾਰਨ ਤੋਂ ਬਾਅਦ ਸਾਡੇ ਕੋਲ ਇੱਕੋ ਇੱਕ ਰਾਹ ਬਚਦਾ ਸੀਗਾ ਜਿਹੜਾ ਲੋਕਤੰਤਰ ਦੇ ਵਿੱਚ, ਉਹ ਸੀ ਕਿ ਕੋਰਟ ਤੋਂ ਇਨਸਾਫ ਮਿਲੂਗਾ। ਪਰ ਜਿਹੜਾ ਇਹ ਫੈਸਲਾ ਆਇਆ ਇਹਨੇ ਦੁਨੀਆ ਭਰ ਵਿੱਚ ਵਸਦੇ ਹੋਏ ਸਮੂਹ ਇਨਸਾਫ ਪਸੰਦ ਲੋਕਾਂ ਦੇ ਹਿਰਦਿਆਂ ਨੂੰ ਬਲੂੰਦਰ ਕੇ ਰੱਖ ਦਿੱਤਾ ਹੈ। ਔਰ ਇੱਥੋਂ ਜਿਹੜੀ ਇੱਕ ਕਹਾਵਤ ਲੋਕਾਂ ਵਿੱਚ ਪ੍ਰਚਲਿਤ ਹੈ, ਉਹ ਇੱਕ ਵਾਰ ਫੇਰ ਸਾਬਤ ਹੋ ਗਈ ਕਿ ਜਿਹੜਾ ਕਾਨੂੰਨ ਹੈ ਉਹ ਮੱਛਰਾਂ ਨੂੰ ਤਾਂ ਜਾਲਾ ਜਿਵੇਂ ਮੱਛਰਾਂ ਨੂੰ ਤਾਂ ਆਪਣੇ ਵਿੱਚ ਫਸਾਉਂਦਾ ਹੈ, ਹਾਥੀ ਜਿਹੜੇ ਨੇ ਉਹ ਜਾਲੇ ਦੀ ਕੋਈ ਪਰਵਾਹ ਨਹੀਂ ਕਰਦੇ। ਇਸੇ ਤਰ੍ਹਾਂ ਕਿਉਂਕਿ ਇਸ ਜਾਂਚ ਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਸੁਖਵੀਰ ਤੇ ਸੁਮੇਧ ਸੈਣੀ ਵਰਗੇ ਵੱਡੇ ਹਾਥੀ ਨੇ, ਜਿਨ੍ਹਾਂ ਸਾਹਮਣੇ ਕਾਨੂੰਨ ਦੇ ਜਿਹੜੇ ਰਖਵਾਲੇ ਨੇ ਉਹ ਬੇਬਸ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ। ਇਸ ਕਰਕੇ ਇਹੋ ਜਿਹੇ ਜਿਹੜੇ ਕਾਲੇ ਫੈਸਲੇ ਆਉਂਦੇ ਆ ਜਿਹੜੇ ਕਿ ਸ਼ਰਮਸ਼ਾਰ ਕਰਦੇ ਆ। ਤਾਂ ਮੈਂ ਮੇਰੇ ਨਾਲ ਸੁਖਰਾਜ ਸਿੰਘ ਖੜੇ ਨੇ, ਮੈਂ ਅੱਧਾ ਮਿੰਟ ਲੈਣਾ ਚਾਹੂੰਗਾ ਕਿ ਜਿਸ ਵਿਅਕਤੀ ਦੇ ਪਿਤਾ ਦੀ ਸ਼ਹਾਦਤ ਹੋ ਚੁੱਕੀ ਹੋਵੇ, ਇਸ ਤੋਂ ਬਾਅਦ ਵੀ ਪੀਸਫੁਲੀ ਰਹਿ ਕੇ, ਸ਼ਾਂਤਮਈ ਰਹਿ ਕੇ ਕੋਰਟਾਂ ਕਚਹਿਰੀਆਂ ਦੇ ਲਗਾਤਾਰ ਧੱਕੇ ਖਾਦੇ ਗਏ ਹੋਣ, ਆਖਰ ਮੈਂ ਭਾਰਤ ਦੇ ਸਮੁੱਚੇ ਸਿਸਟਮ ਨੂੰ, ਹਾਈ ਕੋਰਟ ਦੇ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬਾਨ ਨੂੰ, ਇੱਥੋਂ ਦੀ ਕਾਂਗਰਸ ਗੌਰਮੈਂਟ ਨੂੰ ਇਹ ਪੁੱਛਣਾ ਚਾਹੁੰਦਾ ਕਿ ਇਸ ਤਰ੍ਹਾਂ ਲਗਾਤਾਰ ਧੱਕੇ ਤੇ ਧੱਕੇ ਕਰਕੇ ਤੁਸੀਂ ਸਾਡੇ ਨੌਜਵਾਨਾਂ ਨੂੰ ਕਿਸ ਰਾਹ ਤੋਰਨਾ ਚਾਹੁੰਦੇ ਹੋ? ਤੁਸੀਂ ਚਾਹੁੰਦੇ ਕੀ ਹੋ? ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਕੋਈ ਐਸੇ ਪਾਸੇ ਸਾਨੂੰ ਤੋਰਨਾ ਚਾਹੁੰਦੇ ਆ, ਦੁਬਾਰਾ ਫਿਰ ਤੋਂ ਸਾਡੇ ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇਡਣ ਵਾਲਾ ਮਾਹੌਲ ਬਣਾਉਣਾ ਚਾਹੁੰਦੇ ਆ। ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਪੀਸਫੁਲੀ ਰਹਿ ਕੇ ਇਹ ਸਾਰਾ ਜਿਹੜਾ ਸੰਘਰਸ਼ ਹੈ ਉਹ ਲਗਾਤਾਰ ਜਾਰੀ ਰੱਖਾਂਗੇ। ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਕਿ ਹਰ ਦੀਵਾਨੋਂ ਕੋਈ ਕਿੱਥੇ ਜਾਇਆ। ਦੁਨਿਆਵੀ ਅਦਾਲਤਾਂ ਦੇ ਵਿੱਚੋਂ ਤਾਂ ਬਾਦਲ ਬਚ ਗਿਆ, ਸੁਮੇਧ ਸੈਣੀ ਬਚ ਗਿਆ, ਪਰ ਉਸ ਰੱਬ ਦੀ ਅਦਾਲਤ ਦੇ ਵਿੱਚੋਂ ਇਹ ਮਾਫ ਨਹੀਂ ਹੋਊਗਾ। ਤੇ ਰੱਬ ਸੰਗਤ ਵਿੱਚ ਵਸਦਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੀ ਕਚਹਿਰੀ ਦੇ ਵਿੱਚ ਇਹ ਮਾਫ ਨਹੀਂ ਹੋਊਗਾ। ਇਸ ਲਈ ਜੋ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਨੇ ਅੱਜ ਇਹ ਸਾਨੂੰ ਪ੍ਰੋਗਰਾਮ ਦਿੱਤਾ ਹੈ, ਇਹ ਸਮੁੱਚੀਆਂ ਜਥੇਬੰਦੀਆਂ ਦਾ ਪ੍ਰੋਗਰਾਮ ਹੈ। ਅਸੀਂ ਸਾਰੇ ਇਹਦੇ ਨਾਲ ਸਹਿਮਤ ਹੁੰਦੇ ਹੋਏ ਮੈਂ ਬੇਨਤੀ ਕਰਦਾ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖਾਂ ਨੂੰ, ਇਨਸਾਫ ਪਸੰਦ ਲੋਕਾਂ ਨੂੰ, ਕਿ ਜਿੱਥੇ ਬੱਤੀਆਂ ਵਾਲਾ ਚੌਂਕ ਦੇ ਵਿੱਚ
ਇਹ ਕਾਪੀਆਂ ਸਾਰੀਆਂ ਜਾਣਗੀਆਂ ਉੱਥੇ ਜਿੱਥੇ ਜਿੱਥੇ ਵੀ ਬੈਠੇ ਹੋ, ਭਾਵੇਂ ਫੋਰਨ ਕੰਟਰੀਆਂ 'ਚੋਂ, ਪਰ ਇਹ ਕਾਪੀਆਂ ਸਾੜ ਕੇ ਨਾਲ ਇਹਦੀਆਂ ਵੀਡੀਓ ਬਣਾ ਕੇ ਵੱਧ ਤੋਂ ਵੱਧ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀਆਂ ਜਾਣ, ਤਾਂ ਜੋ ਇੱਥੋਂ ਦੇ ਸਿਸਟਮ ਨੂੰ ਦੱਸਿਆ ਜਾ ਸਕੇ ਕਿ ਅਸੀਂ ਜਿਹੜੇ ਆ ਜਾਗਦੀ ਜ਼ਮੀਰ ਵਾਲੇ ਆ ਤੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਹੈ, ਉਸ ਤੋਂ ਬਿਨਾ ਸਾਡੇ ਕੋਲ ਕੁਝ ਨਹੀਂ ਹੈ। ਸੋ ਇਹ ਬਹੁਤ ਦੁਖਦਾਇਕ ਫੈਸਲਾ ਤੇ ਅਸੀਂ ਸਾਰੇ ਸਹਿਮਤ ਹੁੰਦੇ ਹੋਏ ਹੁਣ ਇਹ ਪ੍ਰੋਗਰਾਮ ਬਣਾਉਣੇ ਆ ਆਪੋ ਆਪਣੇ। ਜਿਹੜੀ ਮੇਨ ਸਾਡੇ ਆਗੂ ਸਾਹਿਬਾਨ ਨੇ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਇਹ ਤਾਂ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਪਹੁੰਚਣਗੇ ਤੇ ਬਾਕੀ ਸਾਰੀ ਸੰਗਤ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਾਂਗਾ ਵੀ ਜਿੱਥੇ ਜਿੱਥੇ ਵੀ ਤੁਹਾਨੂੰ ਠੀਕ ਸਮਝੋ ਵੱਡੇ ਇਕੱਠ ਨਾ ਕਰਨੇ ਆਪਾਂ, ਜੋ ਸਿਹਤ ਮਹਿਕਮੇ ਦੀਆਂ ਹਦਾਇਤਾਂ ਨੇ ਕੋਵਿਡ ਕਾਰਨ, ਤੇ ਇਸ ਲਈ ਆਪਾਂ ਆਪਣੇ ਆਪਣੇ ਤੌਰ ਤੇ ਜਿਹੜੀਆਂ ਕਾਪੀਆਂ ਜ਼ਰੂਰ ਸਾੜੀਏ ਤੇ ਅਸੀਂ ਸਾਰੇ ਇਹਦੇ ਨਾਲ ਸਹਿਮਤ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰੂੰ, ਭਾਈ ਸਾਹਿਬ ਪਿੱਛੇ ਆ ਜਾਓ ਜੀ। ਮੈਂ ਹੁਣ ਬੇਨਤੀ ਕਰੂੰਗਾ ਸੁਖਰਾਜ ਸਿੰਘ, ਭਾਈ ਸੁਖਰਾਜ ਸਿੰਘ, ਇਹਨਾਂ ਦੇ ਪਿਤਾ ਜੀ ਸ਼ਹੀਦ ਹੋਏ ਸੀ ਬੈਬਲ ਕਲਾਂ ਕ੍ਰਿਸ਼ਨ ਭਗਵਾਨ ਸਿੰਘ ਜੀ, ਕਾਫੀ ਸੰਤਾਪ ਹੰਡਾਇਆ ਵਾ। ਇਹ ਚੰਦ ਸ਼ਬਦ ਔਰ ਤਾਇਦ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਬੇਨਤੀ ਕਰਦਾ ਜੋ ਜਥੇਦਾਰ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਉਹਨਾਂ ਨੇ ਪ੍ਰੋਗਰਾਮ ਦਿੱਤਾ, ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਤੁਸੀਂ ਸਹਿਯੋਗ ਕਰੋ। ਜਿੱਥੇ ਵੀ ਜੇ ਤੁਸੀਂ ਕੋਟ ਨਹੀਂ ਪਹੁੰਚ ਸਕਦੇ ਕੋਟਕਪੂਰਾ ਚੌਂਕ ਵਿੱਚ, ਤੇ ਆਪਣੇ ਨੇੜੇ ਦੇ ਕਿਤੇ ਵੀ ਚਰਾਹੇ 'ਚ ਖੜ੍ਹ ਕੇ ਤੁਸੀਂ ਆਪਣੀਆਂ ਜਥੇਬੰਦੀਆਂ ਦੇ ਨਾਲ ਇਸ ਦਾ ਸਮਰਥਨ ਕਰ ਸਕਦੇ ਹੋ। ਦੂਸਰੀ ਸਾਰਿਆਂ ਨੇ ਆਪਾਂ ਨੂੰ ਪਤਾ ਹੀ ਆ, ਦੱਸ ਹੀ ਦਿੱਤਾ ਹੈ ਕਿ ਇੱਕ ਗੁਰਦੀਪ ਸਿੰਘ ਬੰਦੇਰ SHO ਸੀ ਜਿਹਦੀ ਰਿਟ ਸੀ, ਥੋੜਾ ਦੂਰ ਕਰਕੇ ਤੇ ਰਿਸ਼ਪਾਲ ਸਿੰਘ ਇੱਕ ਹੌਲਦਾਰ ਹੈ। ਉਹਨਾਂ ਦੇ ਜੇ ਐਡਵੋਕੇਟਾਂ ਦੀ ਗੱਲ ਕਰੀਏ ਤਾਂ ਜਿਹੜਾ ਉਹਨਾਂ ਦਾ ਖਰਚਾ ਆਪਾਂ ਲਾਈਏ ਅੱਜ ਤੱਕ ਉਹਨਾਂ ਦੀ ਉਨੀ ਤਨਖਾਹ ਨਹੀਂ ਹੋਈ ਹੋਣੀ ਡਿਊਟੀ ਕਰਦਿਆਂ ਦੀ ਜਿੰਨੀ ਉਹਨਾਂ ਨੂੰ ਇੱਕ ਦਿਨ ਦੀ ਫੀਸ ਹੋਈ ਆ। ਸੋ ਇੱਥੋਂ ਆਪਾਂ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਵੀ ਇਹ ਮੋਹਰੇ ਬਣਾ ਕੇ ਵਰਤਿਆ ਗਿਆ ਤਾਂ ਇਹਨਾਂ ਨੂੰ ਵਰਤਣ ਵਾਲੇ ਕੌਣ ਆ। ਅੱਜ ਉਹ ਹੱਸ ਹੋ ਰਹੇ ਆ, ਪਟੀਸ਼ਨ ਖਾਰਜ ਹੋਈ ਆ, ਉਹਨਾਂ ਦੇ ਹੱਕ 'ਚ ਫੈਸਲੇ ਆਏ ਆ, ਰਿਸ਼ਪਾਲ ਸਿੰਘ ਤੇ ਗੁਰਦੀਪ ਬੰਦੇਰ ਦੇ ਤੇ ਭੰਗੜੇ ਅਕਾਲੀ ਦਲ ਪਾ ਰਿਹਾ। ਸੋ ਇੱਥੋਂ ਆਪਾਂ ਨੂੰ ਸਾਫ਼ ਸਪਸ਼ਟ ਹੋ ਰਿਹਾ ਹੈ। ਤੇ ਮੈਂ ਇੱਕ ਬੇਨਤੀ ਹੋਰ ਕਰਦਾ, ਮੈਂ ਪਿਛਲੇ ਮਤਲਬ ਹਾਈ ਕੋਰਟ ਦੇ ਜਿੱਥੇ ਅਸੀਂ ਪ੍ਰੋਟੈਸਟ ਕੀਤਾ ਸੀਗਾ ਹਾਈ ਕੋਰਟ ਦੇ ਬਾਹਰ, ਉਹਦੇ ਮੈਂ ਆਪਣੇ ਜਥੇਦਾਰ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਅਨੰਦਪੁਰ ਸਾਹਿਬ ਵਿਖੇ ਮਿਲਿਆ ਸੀ ਤੇ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਤੁਸੀਂ ਇਸ ਮਸਲੇ ਤੇ ਕੋਈ ਬਿਆਨ ਕੋਈ ਬੋਲੋ। ਐਡਾ ਵੱਡਾ ਪੰਜਾਬ ਦੇ ਉੱਤੇ ਦੁਖਾਂਤ ਦੁਬਾਰਾ ਵਾਪਰਿਆ ਉਸ ਕੋਰਟਾਂ ਦੇ ਥਰੂ, ਤਾਂ ਉਹਨਾਂ ਨੇ ਚੁੱਪੀ ਧਾਰੀ ਹੋਈ। ਅੱਜ ਤਕਰੀਬਨ 12 ਦਿਨ 15 ਦਿਨ ਹੋ ਚੱਲੇ ਆ, 10 ਦਿਨ, ਤਾਂ ਉਹਨਾਂ ਨੇ ਉਹ 'ਤੇ ਚੁੱਪੀ ਧਾਰੀ ਹੋਈ ਹੈ, ਕੋਈ ਉਹਨਾਂ ਦਾ ਬਿਆਨ ਨਹੀਂ ਆਇਆ। ਸੋ ਇੱਕ ਰਾਜਨੀਤਿਕ ਧਿਰ ਦੀ ਕਠਪੁਤਲੀ ਸਾਡੇ ਜਥੇਦਾਰ ਬਣ ਕੇ ਰਹਿ ਗਿਆ ਤੇ ਅਸੀਂ ਆਪਣੀਆਂ ਧਾਰਮਿਕ ਸੰਸਥਾਵਾਂ ਤੇ ਹੋਰ ਕੀ ਆਸ ਰੱਖਾਂਗੇ। ਸੋ ਅਸੀਂ ਜਥੇਦਾਰ ਰਣਜੀਤ ਸਿੰਘ ਜੀ ਦਾ ਪੂਰਾ ਸਮਰਥਨ ਕਰਦੇ ਹਾਂ ਤੇ ਜੋ ਅੱਗੇ ਕੌਮ ਦੇ ਨਾਂ ਇਹ ਸੰਦੇਸ਼ ਦੇਣਗੇ, ਅੱਗੇ ਪ੍ਰੋਗਰਾਮ ਇਹਨਾਂ ਦੇ ਵਿੱਚ ਸ਼ਮੂਲੀਅਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਨੂੰ ਸਭ ਨੂੰ ਹੁਣ ਸਾਰੀ ਜਿਹੜੀ ਜਾਣਕਾਰੀ ਆ ਉਹ ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਸਾਬਕ ਜਥੇਦਾਰ ਅਕਾਲ ਤਖਤ ਸਾਹਿਬ ਬਹੁਤ ਅੱਛੇ ਢੰਗ ਨਾਲ, ਬਹੁਤ ਸਾਫ਼ ਸਪਸ਼ਟ ਤਰੀਕੇ ਨਾਲ ਉਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ 30 ਤਾਰੀਖ ਦੇ ਪ੍ਰੋਗਰਾਮ ਦੀ। ਮੈਂ ਸੰਖੇਪ ਤੌਰ ਤੇ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਫੈਸਲਾ ਆ, ਇਹ ਜਿਹੜਾ ਕੁਦਰਤੀ ਇਨਸਾਫ ਹੈ ਨਾ, ਨੈਚੁਰਲ ਜਸਟਿਸ, ਇਹ ਉਹਦੇ ਬਿਲਕੁਲ ਉਲਟ ਆਇਆ ਵਾ। ਔਰ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਗਿਆ ਕਿ ਕੋਰਟ ਨੇ ਉਹ ਰਿਲੀਫਸ ਦਿੱਤੀਆਂ ਜਿਹੜੀਆਂ ਕਿਸੇ ਨੇ ਪਲੀਡ ਹੀ ਨਹੀਂ ਕੀਤੀਆਂ, ਜਿਹੜੀ ਕਿਸੇ ਨੇ ਪ੍ਰੇਅਰ ਹੀ ਨਹੀਂ ਕੀਤੀ। ਮਿਸਾਲ ਦੇ ਤੌਰ ਤੇ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦਿੱਤੀ, ਉਹਨਾਂ ਨੇ ਤਾਂ ਕੋਈ ਅਰਜ਼ੀ ਨਹੀਂ ਦਿੱਤੀ, ਉਹਨਾਂ ਨੇ ਤਾਂ ਕਿਹਾ ਹੀ ਨਹੀਂ ਕਿ ਅਸੀਂ ਦੋਸ਼ੀ ਹਾਂ, ਨਿਰਦੋਸ਼ ਹਾਂ ਜਾਂ ਅਸੀਂ ਬੇਗੁਨਾਹ ਹਾਂ। ਉਹਨਾਂ ਨੂੰ ਸੁਓ ਮੋਟੋ ਕਲੀਨ ਚਿੱਟ ਦੇਣ ਦੇ ਨਾਲ ਨਾਲ ਹੀ ਉਹ ਸ਼ੁਬਾ ਹੋ ਗਿਆ। ਅਗਰ ਉਹ ਅਫਸਰ ਤੇ ਸ਼ੁਬਾ ਕਰ ਰਹੇ ਨੇ ਕੋਰਟ ਕਿ ਇਹ ਪੋਲੀਟੀਕਲੀ ਮੋਟੀਵੇਟਡ ਹੈ, ਤਾਂ ਇਹ ਸ਼ੁਬਾ ਉਹਨਾਂ ਦੇ ਉੱਤੇ ਵੀ ਪੂਰਾ ਟੁਕਦਾ ਇਸ ਫੈਸਲੇ ਨੂੰ ਜਦੋਂ ਤੁਸੀਂ ਅੱਛੀ ਤਰ੍ਹਾਂ ਪੜ੍ਹਦੇ ਹੋ। ਦੂਸਰਾ ਹੈਗਾ ਕਿ ਆਰਟੀਕਲ 226 ਜਿਹੜਾ ਸਿੰਘ ਸਾਹਿਬ ਜੀ ਨੇ ਕੋਟ ਕੀਤਾ, ਇਹ ਸਿਵਲ ਰਾਈਟ ਪਟੀਸ਼ਨ ਹੈ। ਇਹਦੇ 'ਚ ਕਿਸੇ ਹਾਈ ਕੋਰਟ ਨੇ ਕਦੀ ਵੀ ਫੈਕਟ ਫਾਈਂਡਿੰਗ ਮਿਸ਼ਨ ਤੇ ਨਹੀਂ ਜਾਣਾ ਕਿ ਕਿਹੜੇ ਦਿਨ ਕੀ ਹੋਇਆ, ਗੋਲੀ ਕਿਸ ਨੇ ਚਲਾਈ, ਕੌਣ ਗਵਾਹ ਸੀਗਾ, ਕਿਹੜੇ ਬਿਆਨ ਦਿੱਤੇ, ਕਿਹੜੀ ਆਡੀਓ ਸੀ, ਕਿਹੜੀ ਵੀਡੀਓ ਸੀ। ਇਹ ਸਾਰਾ ਕੁਝ ਟ੍ਰਾਇਲ ਕੋਰਟ ਨੇ ਦੇਖਣਾ ਸੀ, ਫਰੀਦਕੋਟ ਦੇ ਜਿੱਥੇ 9 ਚਲਾਨ ਪੇਸ਼ ਹੋ ਚੁੱਕੇ ਸੀਗੇ। ਇਹ ਉਹਨਾਂ ਦਾ ਫਰਜ਼ ਸੀਗਾ। ਕਿਤੇ ਨਾ ਕਿਤੇ ਉਹਨਾਂ ਨੇ ਉਹਦੀ ਟ੍ਰਾਇਲ ਕੋਰਟ ਦੀ ਡਿਊਟੀ ਆਪਣੇ ਅਖਤਿਆਰ ਖੇਤਰ ਵਿੱਚ ਲਿਆ ਕੇ ਇਹ ਜਿਹੜਾ ਸਾਰਾ ਕੀਤਾ। ਇਹ ਇਸ ਕਰਕੇ ਅਗਰ ਮੈਂ ਲੀਗਲੀ ਗੱਲ ਕਰ ਰਿਹਾ ਤਾਂ ਇਹ ਲੀਗਲੀ ਅਨਟੈਨੇਬਲ ਤੇ ਇੱਕ ਪੂਰਾ ਇਹ ਅਪਰਵਾਨ ਫੈਸਲਾ ਜਿਹੜਾ ਮੈਂ ਕਹਿ ਸਕਦਾ ਵਾਂ। ਇਸੇ ਤਰ੍ਹਾਂ ਹੀ ਚਲਾਨ ਪੇਸ਼ ਹੋ ਚੁੱਕੇ ਸੀਗੇ। once chalans are presented, it is the duty of the trial court to examine each and every witness
ਕਿਸੇ ਅਕਿਊਜ਼ ਨੂੰ ਅਗਰ ਫਰਜ਼ ਕਰੋ ਕੋਈ ਗੁਨਾਹ, ਅਗਰ ਉਹਨੂੰ ਕੋਈ ਦੁੱਖ ਹੈ ਕਿ ਮੇਰੇ ਨਾਲ ਬੇਇਨਸਾਫੀ ਹੋ ਰਹੀ ਆ, ਧੱਕਾ ਹੋ ਰਿਹਾ, ਉਹ ਟ੍ਰਾਇਲ ਕੋਰਟ ਕੋ ਜਾ ਸਕਦਾ ਸੀਗਾ। ਲੇਕਿਨ ਇਸ ਕੇਸ ਵਿੱਚ ਜਿੱਦਾਂ ਸੁਖਰਾਜ ਸਿੰਘ ਉਹਨਾਂ ਨੇ ਦੱਸਿਆ ਕਿ ਛੋਟੇ ਜਿਹੇ ਮੁਲਾਜ਼ਮ ਕਰੋੜਾਂ ਰੁਪਏ ਦੇ ਵਕੀਲ ਖੜੇ ਕਰਕੇ ਜਦੋਂ ਕੋਰਟ ਵਿੱਚ ਪਹੁੰਚਦੇ ਨੇ ਤਾਂ ਤੁਹਾਨੂੰ ਉਹ ਪਿਛਲੀ ਤਸਵੀਰ ਜਿਹੜੀ ਆ ਤਾਕਤਵਰ ਲੋਕਾਂ ਦੀ ਉਹ ਸਾਫ਼ ਤੇ ਸਪਸ਼ਟ ਜਿਹੜੀ। ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਆ ਕਿ ਹਾਈ ਕੋਰਟ ਨੂੰ ਕਿਤੇ ਜਾਂ ਕਿਸੇ ਵੀ ਕੋਰਟ ਨੂੰ ਇਹ ਅਧਿਕਾਰ ਨਹੀਂਗਾ ਕਿ ਉਹ ਫਰੈਸ਼ ਇਨਵੈਸਟੀਗੇਸ਼ਨ ਆਰਡਰ ਕਰ ਸਕੇ। ਦੇ ਕੈਨ ਆਰਡਰ ਰੀ-ਇਨਵੈਸਟੀਗੇਸ਼ਨ, ਦੇ ਕੈਨ ਆਰਡਰ ਫਰਦਰ ਇਨਵੈਸਟੀਗੇਸ਼ਨ। ਤੁਸੀਂ ਐਂ ਕਰੋ, ਅਸੀਂ ਅਮੂਮਨ ਹਾਈ ਕੋਰਟਾਂ ਵਿੱਚ ਜਾਂਦਾ, ਮੇਰੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੇਡ ਕੀਤਾ ਵਾ, ਮੈਂ ਹਾਈ ਕੋਰਟ ਗਿਆ ਹੋਇਆ ਵਾਂ, ਪਰ ਕੋਈ ਕੋਰਟ, ਕੋਈ ਹਾਈ ਕੋਰਟ, ਕੋਈ ਸੁਪਰੀਮ ਕੋਰਟ ਇਨਵੈਸਟੀਗੇਸ਼ਨ ਨਹੀਂ ਕਦੀ ਰੋਕਦੀ। ਉਹ ਕਹਿੰਦੇ ਜੀ ਐਂ ਕਰੋ, ਤੁਸੀਂ ਇਨਵੈਸਟੀਗੇਸ਼ਨ ਕੰਟੀਨਿਊ ਕਰੂਗੀ ਤੇ ਜਿਹੜਾ ਹੈਗਾ ਟ੍ਰਾਇਲ ਕੋਰਟ ਤੇ ਜਿਹੜਾ ਪੁਲਿਸ ਦੀ ਫਾਈਨਲ ਇਨਵੈਸਟੀਗੇਸ਼ਨ ਹੈ ਉਹ ਕੰਪਲੀਟ ਹੋ ਲੈਣ ਦਿਓ। ਲੇਕਿਨ ਇਸ ਕੇਸ ਵਿੱਚ ਨਾ ਸਿਰਫ ਇਨਵੈਸਟੀਗੇਸ਼ਨ ਕੰਪਲੀਟ ਹੋਈ ਸੀ ਲੇਕਿਨ 9 ਚਲਾਨ ਪੇਸ਼ ਕੀਤੇ ਗਏ ਸੀ। ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਬਹੁਤ ਦੁਖਦਾਈ, ਇਹ ਇਨਸਾਨੀਅਤ ਨੂੰ ਵਿਲੁੰਦਰਨ ਵਾਲਾ ਫੈਸਲਾ ਵਾ। ਨਾ ਸਿਰਫ ਸਿੱਖਾਂ ਨੂੰ, ਦੁਨੀਆ ਭਰ 'ਚ ਬੈਠੇ ਜਿਹੜੇ ਇਨਸਾਫ ਦੀ ਗੁਹਾਰ ਲਾਉਂਦੇ ਨੇ, ਇਨਸਾਫ ਪਸੰਦ ਹਰ ਵਿਅਕਤੀ ਤੇ ਗੁਰੂ ਨਾਨਕ ਨਾਮ ਲੇਵਾ, ਇਹਦੇ ਨਾਲ ਬਹੁਤ ਉਹਨਾਂ ਦੇ ਦਿਲਾਂ ਵਿੱਚ ਬਹੁਤ ਦੁੱਖ ਤੇ ਰੰਜ ਪੈਦਾ ਹੋਇਆ ਵਾ। ਇਸ ਕਰਕੇ ਸਾਨੂੰ ਨਹੀਂ ਪਤਾ ਕਿ ਇਹਦਾ ਕਾਨੂੰਨ ਕੀ ਕਰੇਗਾ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਿਹੜੀ ਸਟ੍ਰਿਕਟ ਬਣਾਵੇਗਾ, ਵੀ ਹੈਵ ਨਥਿੰਗ ਟੂ ਡੂ ਵਿਦ ਦੈਟ। ਲੇਕਿਨ ਅਗਰ ਅੱਜ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ 'ਚ ਰੋਸ ਕਰਨ ਵਾਲੇ ਸ਼ਾਂਤਮਈ ਲੋਕਾਂ ਦੇ ਉੱਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਕਤਲ ਕੀਤਾ ਗਿਆ ਪੁਲਿਸ ਅਫਸਰਾਂ ਵੱਲੋਂ, ਅਗਰ ਅੱਜ ਅਸੀਂ ਚੁੱਪ ਰਵਾਂਗੇ ਤੇ ਆਉਣ ਵਾਲੀਆਂ ਨਸਲਾਂ ਸਾਨੂੰ ਕਦੀ ਕਿਸੇ ਨੂੰ ਮਾਫ ਨਹੀਂ ਕਰਨਗੀਆਂ। ਇਸ ਲਈ ਸਾਡਾ ਇਹ ਫਰਜ਼ ਬਣਦਾ ਸੀਗਾ ਕਿ ਅਸੀਂ ਇਸ ਦੇ ਖਿਲਾਫ ਕੋਈ ਪ੍ਰੋਟੈਸਟ, ਕੋਰੋਨਾ ਹੋਣ ਕਰਕੇ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਦੱਸਿਆ, ਔਰ ਕਿਸਾਨਾਂ ਦਾ ਅੰਦੋਲਨ ਚੱਲਣ ਦੇ ਕਰਕੇ ਅਸੀਂ ਕੋਈ ਮਾਸ ਐਜੀਟੇਸ਼ਨ ਨਹੀਂ ਕਹਿ ਰਹੇ, ਕਿਉਂਕਿ ਐ ਨਾ ਲੱਗੇ ਕਿ ਅਸੀਂ ਕੋਈ ਉਹਨਾਂ ਦੀ ਐਜੀਟੇਸ਼ਨ ਨੂੰ ਕਿਸੇ ਤਰ੍ਹਾਂ ਨਾਲ ਕਮਜ਼ੋਰ ਕਰ ਰਹੇ ਹਾਂ। ਇਸ ਕਰਕੇ ਇੱਕ ਪਹਿਲਾ ਕਦਮ, ਇਹ ਫਰਸਟ ਪਾਰਟ ਹੈ ਆਫ ਦੀ ਐਜੀਟੇਸ਼ਨ, ਇਹ ਸਿੰਬੋਲਿਕ ਪ੍ਰੋਟੈਸਟ ਹੈ ਜਸਟ ਟੂ ਸ਼ੋ that we are deeply anguished, we are absolutely what should we say, very deeply upset by this erroneous judgment। ਔਰ ਅਸੀਂ ਚਾਹੁੰਦੇ ਹਾਂ ਕਿ ਦੋਸ਼ੀ, ਅਗਰ ਮੈਂ ਪੁੱਛਣਾ ਚਾਹੁੰਦਾ ਕਿ ਅਗਰ ਇਹ ਦੋਸ਼ੀ ਨਹੀਂ ਗਏ, ਅੱਜ ਇਹਨਾਂ ਦੇ ਵੀ ਨਾਮ ਲੈ ਰਹੇ ਨੇ ਕੋਈ ਪੁਲਿਸ ਵਾਲੇ, SSP, DGP ਫਲਾਨਾ, ਪੋਲੀਟੀਕਲ ਸੁਖਬੀਰ ਬਾਦਲ ਫਲਾਨਾ, ਤੇ ਫਿਰ ਦੋਸ਼ੀ ਕੌਣ ਹੈ? 6 ਸਾਲਾਂ ਬਾਅਦ ਕੋਰਟ ਨੇ ਜਿਹੜਾ ਅਨਿਆਏ ਕੀਤਾ ਜਾਂਦਾ ਉਹ ਸਾਨੂੰ ਦੱਸਦਾ ਕਿ ਆਹ ਦੋਸ਼ੀ ਨਹੀਂ ਗਏ, ਅਸਲ ਦੋਸ਼ੀ ਆ। ਜੇ ਤੁਸੀਂ ਟ੍ਰਾਇਲ ਕੋਰਟ ਦਾ ਰੋਲ ਅਧਿਕਾਰ ਅਖਤਿਆਰ ਕਰਨਾ ਸੀ ਫਿਰ ਸਾਨੂੰ ਦੱਸੋ ਕਿ ਦੋਸ਼ੀ ਕੌਣ ਸੀਗੇ। ਇਸ ਲਈ ਇਹ ਗੱਲ ਬਹੁਤ ਮਾੜੀ ਹੋਈ ਆ, ਔਰ ਜਿਹੜਾ ਸਿੰਘ ਸਾਹਿਬ ਨੇ ਇਹ ਫੈਸਲਾ ਸੁਣਾਇਆ ਇਹਦੀ ਅਸੀਂ ਡਟ ਕੇ ਤਾਇਦ ਕਰਦੇ ਹਾਂ। ਔਰ ਮੈਂ ਦੁਨੀਆ ਭਰ 'ਚ ਬੈਠੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਕਹਿ ਰਿਹਾ, ਇਨਸਾਫ ਪਸੰਦ ਨੂੰ, ਚਾਹੇ ਉਹ ਕੋਈ ਵਰਗ ਦੇ ਲੋਕ ਨੇ, ਕਿ ਜਿੱਥੇ ਤੁਸੀਂ ਬੈਠੇ ਦੇਖ ਸਕਦੇ ਹੋ, ਤੁਸੀਂ ਇਸ ਜਿਹੜਾ ਕੋਟਕਪੂਰੇ ਇਹਨਾਂ ਨੇ ਖੁਦ ਹਾਈ ਕੋਰਟ ਦੀ ਜੱਜਮੈਂਟ ਨੂੰ ਜਿਹੜਾ ਉਸ ਨੂੰ ਉਹਨਾਂ ਨੇ ਇਸ ਨੂੰ ਸਾੜ ਕੇ ਪ੍ਰੋਟੈਸਟ ਕਰਨਾ, ਤੁਸੀਂ ਆਪਣੇ ਪਿੰਡ, ਆਪਣੇ ਘਰ, ਆਪਣੇ ਚੁਬਾਰੇ, ਆਪਣੇ ਵਿਦੇਸ਼ਾਂ 'ਚ ਘਰਾਂ ਦੇ ਵਿੱਚ ਬੈਠ ਕੇ ਇੱਕ ਸ਼ਾਰਟ ਕਲਿੱਪ ਵੀਡੀਓ ਦਾ ਸੋਸ਼ਲ ਮੀਡੀਆ ਤੋਂ ਤੇ ਅਪਲੋਡ ਕਰੋ, ਔਰ ਇਸ ਜੱਜਮੈਂਟ ਨੂੰ ਤੁਸੀਂ ਈਜ਼ੀਲੀ ਗੂਗਲ ਤੋਂ ਡਾਊਨਲੋਡ ਕਰ ਸਕਦੇ। ਬਹੁਤ ਸਾਰੇ WhatsApp ਦੇ ਗਰੁੱਪਾਂ ਵਿੱਚ ਹੁਣੇ ਵਾਇਰਲ ਹੋ ਜਾਣੀ ਹੈ ਇਹ ਜੱਜਮੈਂਟ। ਤੁਸੀਂ ਇਸ ਨੂੰ ਸਾੜ ਕੇ ਸਿੰਬੋਲਿਕ ਤੌਰ ਦੇ ਉੱਤੇ ਪ੍ਰੋਟੈਸਟ ਕਰੋ, ਤਾਂ ਜੋ ਇਸ ਦੇਸ਼ ਦੀ ਰਾਜ ਕਰਨ ਵਾਲੇ ਸੱਤਾ ਧਿਰਾਂ ਨੂੰ, ਚਾਹੇ ਉਹ ਕੇਂਦਰ ਆ ਤੇ ਚਾਹੇ ਉਹ ਪੰਜਾਬ ਆ ਤੇ ਚਾਹੇ ਇਸ ਦੇਸ਼ ਦੇ ਚੀਫ ਜਸਟਿਸ ਨੇ, ਉਹਨਾਂ ਤੱਕ ਸੁਣਿਆ ਜਾਵੇ ਕਿ ਇਸ ਤਰ੍ਹਾਂ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਨਹੀਂ ਕੀਤੀ ਜਾ ਸਕਦੀ। ਲਾਸਟ ਮੈਂ ਕਹਿਣਾ ਚਾਹੁੰਦਾ ਕਿ ਸਾਰੀ ਜਥੇਬੰਦੀਆਂ ਨੂੰ ਜਿਹੜੀਆਂ ਅੱਜ ਦੇਖੋ ਇੱਕਦਮ ਇੰਨੇ ਸ਼ਾਰਟ ਨੋਟਿਸ ਦੇ ਸਭ ਨੂੰ ਬੁਲਾਇਆ ਨਹੀਂ ਜਾ ਸਕਦਾ, ਸਾਰੀਆਂ ਹੀ ਅੰਦਰੋਂ ਸਤਾਈਆਂ ਹੋਈਆਂ ਨੇ, ਦੁਖੀ ਨੇ। ਸਾਡੀ ਸਾਰਿਆਂ ਦੀ ਇਹ ਕਾਲ ਹੈ ਸਾਰੀਆਂ ਜਥੇਬੰਦੀਆਂ ਨੂੰ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਜਿਹੜਾ ਐਲਾਨਿਆ ਗਿਆ ਸ਼ਾਰਟ ਨੋਟਿਸ ਤੇ, ਇਹਦਾ ਤੁਸੀਂ ਸਾਰੇ ਸਪੋਰਟ ਕਰੋ। ਜਿਹੜਾ ਤੁਸੀਂ ਇਸ ਤੋਂ ਬਾਅਦ ਕੋਈ ਇਕੱਠੇ ਹੋ ਕੇ ਹੋਰ ਪ੍ਰੋਗਰਾਮ ਐਲਾਨੋਗੇ, ਅਸੀਂ ਸਾਰੇ ਮਿਲ ਕੇ ਤੁਹਾਡਾ ਸਭ ਦਾ ਇਹਨਾਂ ਦਾ ਸਮਰਥਨ ਕਰਾਂਗੇ। ਆਪਾਂ ਸਾਰੇ ਇਸ ਮਸਲੇ ਦੇ ਉੱਤੇ ਇਕਜੁੱਟ ਰਹਿ ਕੇ ਇਸ ਨੂੰ, ਔਰ ਅਖੀਰ 'ਚ ਇਸ ਦੀ ਸਾਰੀ ਅਗਵਾਈ ਧਾਰਮਿਕ ਲੀਡਰਸ਼ਿਪ ਕਰੇਗੀ। ਅਸੀਂ ਸਿਰਫ, ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ ਉੱਠਿਆ ਨਹੀਂ, ਕੋਈ ਬੋਲਿਆ ਨਹੀਂਗਾ, ਸਾਡਾ ਸਿਰਫ ਕੰਮ ਕਰਨ ਮਕਸਦ ਸੀਗਾ ਟੂ ਆਰਗੇਨਾਈਜ਼ ਐਂਡ, ਚਾਹੇ ਉਹ ਪਰਮਿੰਦਰ ਸਿੰਘ ਢੀਂਡਸਾ, ਚਾਹੇ ਅਸੀਂ ਹਾਂ, ਤੇ ਚਾਹੇ ਰਣਜੀਤ ਸਿੰਘ ਤਲਵੰਡੀ ਜਾਂ ਹੋਰ ਪੋਲੀਟੀਕਲ, ਅੱਜ ਕੁਝ ਆਮ ਆਦਮੀ ਪਾਰਟੀ ਦੇ ਆਗੂ ਵੀ ਆਏ ਹੋਏ ਨੇ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ। ਹੋਰ ਬੱਬੀ ਬਾਦਲ ਜੀ ਆਏ ਨੇ, ਬੈਂਸ ਬ੍ਰਦਰਜ਼ ਦੇ ਆਦਮੀ ਆਏ ਹੋਏ ਨੇ, ਉਹਨਾਂ ਦੇ ਰਿਪਰੈਜ਼ੈਂਟੇਟਿਵ, ਬਹੁਤ ਸਾਰੀਆਂ ਜਥੇਬੰਦੀਆਂ, MLA ਕਮਾਲੂ ਸਾਹਿਬ, ਜਗਦੇਵ ਸਿੰਘ ਜੀ, ਪਿਰਮਲ ਸਿੰਘ MLA ਭਦੌੜ, ਔਰ ਹੋਰ ਬਹੁਤ ਸਾਰੇ ਲੋਕ ਆਏ ਨੇ। ਮੈਂ ਸਭ ਦਾ ਨਾਮ ਲੈਣ ਲੱਗਿਆ ਤਾਂ ਬਹੁਤ ਅੱਗੇ ਚੱਲ ਜਾਣੀ ਗੱਲ। ਸਭ ਨੂੰ ਕਾਲ ਆ ਕਿ ਪਰਸੋਂ ਵਾਲੇ ਪ੍ਰੋਗਰਾਮ 30 ਤਾਰੀਖ ਦਿਨ ਸ਼ੁੱਕਰਵਾਰ ਠੀਕ 11 ਵਜੇ ਜਿਹੜੇ ਤਾਂ ਕੋਟਕਪੂਰੇ ਆ ਸਕਦੇ ਮਾਲਵੇ ਦੇ, ਉਹ ਹੁਮਾ ਕੇ ਕੋਟਕਪੂਰਾ ਸਾਹਿਬ ਦੇ ਚੌਂਕ ਵਿੱਚ ਪਹੁੰਚੋ, ਤੇ ਜਿਹੜੇ ਉੱਥੇ ਨਹੀਂ ਆ ਸਕਦੇ
ਉਹ ਆਪਣੇ ਆਪਣੇ ਘਰਾਂ ਦੇ ਵਿੱਚ, ਆਪਣੇ ਆਪਣੇ ਪਿੰਡਾਂ 'ਚ, ਆਪਣੇ ਆਪਣੇ ਕਸਬਿਆਂ 'ਚ, ਆਪਣੇ ਆਪਣੇ ਵਿਦੇਸ਼ਾਂ 'ਚ ਬੈਠੇ ਇਸ ਨੂੰ ਜ਼ਰੂਰ ਸਾੜਨ ਤਾਂ ਜੋ ਲੋਕਾਂ ਦੇ ਵਿੱਚ ਇੱਕ ਬਹੁਤ ਠੋਸ ਪ੍ਰਭਾਵ ਜਿਹੜਾ ਪਹੁੰਚਾ ਸਕੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਇੱਕ ਵਾਰ ਜਕਾਰਾ ਛੱਡਿਓ ਜੀ ਜਰਾ ਤਗੜੇ ਹੋ ਕੇ ਇਸ ਪਲੀਜ਼ ਉਹ ਕਹਿੰਦੇ ਸੁਪਰੀਮ ਕੋਰਟ ਤੋਂ ਇਹ ਦੇਖੋ ਜੀ, ਕੋਰਟ ਦੇ ਵਿੱਚੋਂ ਸਾਨੂੰ ਕੁਛ ਨਾ ਮਿਲਿਆ ਤਾਂ ਨਾ ਮਿਲਣਾ। ਸਾਡੀ ਕੋਰਟ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਦਰ ਆ ਤੇ ਸਿੱਖਾਂ ਦੇ ਹਿਰਦੇ ਆ। ਸਿੱਖਾਂ ਦੇ ਹਿਰਦਿਆਂ ਤੱਕ ਅਸੀਂ ਗੱਲ ਪਹੁੰਚਾਵਾਂਗੇ ਆਪਣੀ ਐਪਲੀਕੇਸ਼ਨ ਦੇ ਕੇ, ਤੇ ਇਹ ਜਿਹੜਾ ਸਿੱਖ ਫੈਸਲਾ ਕਰਨਗੇ ਉਹਦੇ ਨਾਲ ਧੂੜ ਉੱਡੂਗੀ, ਜਿਹੜੀ ਧੂੜ ਦੇ ਵਿੱਚ ਲੱਭਣਗੇ ਨਹੀਂ ਸਾਡੇ ਦੁਸ਼ਮਣ। ਸਰਕਾਰ ਦੀਆਂ ਕੀ ਖਾਮੀਆਂ ਲੱਗੀਆਂ ਤੁਹਾਨੂੰ ਇਸ ਦੇ ਵਿੱਚ, ਪੂਰੇ ਮਾਮਲੇ ਦੇ ਵਿੱਚ? ਹਾਂਜੀ, ਪੰਜਾਬ ਸਰਕਾਰ ਦੀ ਕੀ ਖਾਮੀਆਂ ਲੱਗੀਆਂ? ਦੇਖੋ ਪੰਜਾਬ ਸਰਕਾਰ ਨੇ ਤੇ ਜੇ ਕਰਨਾ ਹੈ, ਆਪਣਾ ਐਕਸ਼ਨ ਕਰਨਾ ਹੈ। ਪੰਜਾਬ ਸਰਕਾਰ ਤੇ ਹੁਣ ਐਕਸ਼ਨ ਕਰੂਗੀ ਇਸ ਰੇਟ ਪਟੀਸ਼ਨ ਤੇ ਕੀ ਕਰਦੀ ਉਹ ਤੋਂ ਬਾਅਦ ਦੱਸਾਂਗੇ। ਜਿਹੜਾ ਤੁਸੀਂ ਪ੍ਰਦਰਸ਼ਨ ਕਰਨ ਜਾ ਰਹੇ ਹੋ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਕਰਨ ਜਾ ਰਹੇ ਨਾ ਨਾ ਨਾ, ਹਾਂ ਹਾਈ ਕੋਰਟ ਦੇ ਫੈਸਲੇ, ਪਿਛਲੀ ਸਿਸਟਮ ਦੇ ਖਿਲਾਫ ਹਾਈ ਕੋਰਟ ਦੇ ਜਸਟਿਸ ਦੇ ਖਿਲਾਫ, ਰਾਜਵੀਰ ਸਿੰਘ ਸਹਿਵਾਵਤ ਦੇ ਖਿਲਾਫ, ਪੋਲੀਟੀਕਲੀ ਮੋਟੀਵੇਟਡ ਫੈਸਲੇ ਦੇ ਖਿਲਾਫ। ਇਹ ਜਿਹੜਾ ਇੱਕ ਫੈਸਲੇ ਦੇ ਖਿਲਾਫ ਹੀ ਪ੍ਰਦਰਸ਼ਨ ਹੋਣ ਜਾ ਰਿਹਾ ਜਾਂ ਪੰਜਾਬ ਇੱਕ ਫੈਸਲਾ, ਇਹ ਇੱਕ ਫੈਸਲਾ, ਇਸੇ ਫੈਸਲੇ ਸਾਡੀ ਜਾਨ ਨਿਕਲ ਗਈ ਯਾਰ, ਤੂੰ ਕਹਿੰਦਾ ਇੱਕ ਫੈਸਲਾ, ਇਸੇ ਫੈਸਲੇ ਦੇ ਖਿਲਾਫ ਇਸੇ ਫੈਸਲੇ ਦੇ ਖਿਲਾਫ। ਪੰਜਾਬ ਸਰਕਾਰ ਦਾ ਤੁਹਾਨੂੰ ਕੋਈ ਕਸੂਰ ਨਹੀਂ ਦੇਖੋ ਜੀ, ਇੱਕ ਜਸਟਿਸ ਦੀ ਜਿਹੜੀ ਕਲਮ ਚੱਲੀ ਆ, ਜਿਹੜੀ ਹਾਈ ਕੋਰਟ ਦੀ ਮੋਹਰ ਆ, ਵੈਲੀ ਉਹਦੀ ਆ, ਨਾ ਕਿ ਤੁਹਾਡੀ ਜਾਂ ਸਾਡੀ। ਕੇਸ ਲੜਨ ਵਾਲੇ ਵਕੀਲ ਤਾਂ ਪੰਜਾਬ ਸਰਕਾਰ ਦੀ ਹੈ ਨਾ, ਜਿਨ੍ਹਾਂ ਨੇ ਇਸ ਚੀਜ਼ ਹੱਦ ਹੋ ਗਈ ਯਾਰ, ਹੱਦ ਹੋ ਗਈ। ਮੈਂ ਤੁਹਾਨੂੰ ਦੱਸ ਰਿਹਾ ਕਿ ਇੱਕ ਜੱਜ ਬਣਾਉਣ ਵਾਲੇ ਸਾਡੇ ਲੀਡਰ, ਇਸ ਜੱਜ ਨੂੰ ਬਣਾਉਣ ਵਾਲੇ ਸਾਡੇ ਲੀਡਰ ਚਟਾਲਾ ਭਰਾ ਤੇ ਸਾਡੇ ਬਾਦਲ, ਤੇ ਉਹ ਜੱਜ ਬਣ ਕੇ ਇਹਨਾਂ ਦੀ ਪੁਸ਼ਪਨਾਹੀ ਕਰ ਰਿਹਾ। ਇਹ ਜੱਜ ਆ? ਇਹ ਕੋਈ ਵੀ ਇਮਾਨਦਾਰ ਜੱਜ ਜਿਹੜਾ ਉਹਦੇ ਕੋਲ ਇਹ ਪਟੀਸ਼ਨ ਆਉਂਦੀ ਤੇ ਉਸ ਵੇਲੇ ਉਹ ਪਾਸੇ ਕਰ ਦਿੰਦਾ, ਦੂਸਰੇ ਬੈਂਚ ਨੂੰ ਭੇਜ ਦਿੰਦਾ, ਕਿਉਂਕਿ ਮੈਂ ਇਹਨਾਂ ਨਾਲ ਸੰਬੰਧਿਤ ਰਿਹਾ। ਤੁਸੀਂ ਮੇਰੇ ਪੜੋਸ 'ਚ ਨਹੀਂ ਦਿਓ, ਤੁਸੀਂ ਜੱਜ ਹੋ, ਮੇਰਾ ਕੇਸ ਤੁਹਾਡੇ ਕੋਲ ਆ ਜੇ, ਤੁਸੀਂ ਉਸੇ ਟਾਈਮ ਪਾਸੇ ਕਰ ਦਿੰਦੇ ਹੋ ਕਿ ਨਹੀਂ ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ, ਇਹਦਾ ਅਸਰ ਪੈ ਸਕਦਾ। ਸੂਬੇ ਵਿੱਚ ਪੰਜਾਬ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਤੁਹਾਨੂੰ ਲੱਗਦਾ ਹੈ ਕਿ ਉਹਦੇ ਨਾਲ ਵੀ ਕਿਤੇ ਨਾ ਕਿਤੇ ਦੇਖੋ ਜੀ, ਉਹਨਾਂ ਦਾ ਜਿਹੜੇ ਅਫਸਰਸ਼ਾਹੀ ਆ ਜਾਂ ਜਿਹੜੀ ਉਹਨਾਂ ਦੀ ਆਪਣੀ ਫੀਲਡ ਹੈ, ਉਹਨਾਂ ਦੀ ਜਾਣਕਾਰੀ ਉਹਨਾਂ ਕੋਲ ਹੋਊਗੀ। ਸਾਨੂੰ ਤੇ ਇਹ ਲੱਗਦਾ ਕਿ ਇੱਕ ਇਨਵੈਸਟੀਗੇਸ਼ਨ ਹੋ ਕੇ ਲੋਅਰ ਕੋਰਟ 'ਚ ਜਾ ਚੁੱਕੀ ਹੈ, ਲੋਅਰ ਕੋਰਟ ਨੇ ਐਕਸੈਪਟ ਕੀਤੀ ਆ, ਤੇ ਆਖਰੀ ਚਲਾਨ ਜਾਣਾ ਸੀਗਾ ਬਾਦਲਾਂ ਦੇ ਖਿਲਾਫ। ਉਸ ਤੋਂ ਪਹਿਲਾਂ ਜੱਜ ਨੇ ਰਾਹ ਬੰਦ ਕਰ ਦਿੱਤਾ, ਹਾਈ ਕੋਰਟ ਨੇ, ਉਹ ਵੀ ਸਿਵਲ ਰੇਟ ਪਟੀਸ਼ਨ 'ਚ। ਇਹ ਨਾ ਤੇ ਇਹ ਕਿਸੇ ਵੀ ਕੋਰਟ ਦਾ ਦੇ ਵਿਰੁੱਧ ਫੈਸਲੇ ਦੇ ਵਿਰੁੱਧ ਅਪੀਲ ਸੀ, ਨਾ ਰਿਵੀਜ਼ਨ ਪਟੀਸ਼ਨ ਸੀ, ਇਹ ਸਿਵਲ ਰੇਟ ਪਟੀਸ਼ਨ ਹੈ। ਸਿਵਲ ਰੇਟ ਪਟੀਸ਼ਨ ਦਾ ਮੈਂ ਤੁਹਾਨੂੰ ਕਹਿ ਚੁੱਕਾ ਕਿ ਇਸ ਹਾਈ ਕੋਰਟ ਦੇ ਵਿੱਚ ਉਹਦੇ ਹਿਸਟਰੀ ਦੇ ਵਿੱਚ ਇਹੋ ਜਿਹਾ ਫੈਸਲਾ ਨਾ ਕਦੇ ਹੋਇਆ ਹੋਊਗਾ ਤੇ ਨਾ ਹੋਏਗਾ। ਸਰਕਾਰ ਕਾਰਵਾਈ ਸ਼ੁਰੂ ਕਰੇਗੀ, ਤੁਹਾਨੂੰ ਲੱਗਦਾ ਕਿ ਉਹਦੇ ਕਰਨੀ ਚਾਹੀਦੀ ਸੀ ਜਦੋਂ 5 ਮੈਂਬਰਸ ਦੇ ਵਿੱਚ ਸਿਰਫ ਇੱਕ ਨੇ ਸਾਈਨ ਕੀਤੇ, 4 ਨੇ ਇਹ ਬਿਲਕੁਲ ਢਿੱਲ ਤੇ ਹੈਗੀ ਆ, ਢਿੱਲ ਹੈਗੀ ਤੇ ਇੱਥੋਂ ਤੱਕ ਗੱਲ ਪਹੁੰਚੀ। ਅਸੀਂ ਤੇ ਸੋਚ ਰਹੇ ਸੀ ਹੁਣ ਤਾਂ ਅੰਦਰ ਟੰਗੇ ਹੋਣਗੇ, ਅਸੀਂ ਇੱਥੋਂ ਤੱਕ ਸੋਚੀ ਬੈਠੇ ਸੀ। ਤੋਂ ਅਸੀਂ ਜਿਹੜਾ ਸਾਡਾ ਹਿਰਦਾ, ਸਾਡੀ ਵੇਦਨਾ, ਸਾਡੀ ਪੀੜਾ ਹੈ, ਉਹ ਜਿਹੜੀ ਅਸੀਂ ਤੁਹਾਨੂੰ ਦੱਸ ਦਿੱਤੀ ਆ, ਤੇ ਇਸ ਪੀੜਾ ਨੂੰ ਉਜਾਗਰ ਕਰਾਂਗੇ ਅਸੀਂ ਪਰਸੋਂ 3 ਤਰੀਕ ਨੂੰ 11 ਵਜੇ ਸ਼ੁੱਕਰਵਾਰ 3 ਤਰੀਕ ਸ਼ੁੱਕਰਵਾਰ। ਜਥੇਦਾਰ ਸਾਹਿਬ, ਤੁਸੀਂ ਗੱਲ ਕਹੀ ਹੈਗੀ ਹੈ ਕਿ ਜੇ ਇਹ ਜਿਹੜੇ ਦੋਸ਼ੀ ਨੇ ਜੇ ਜੇਲ੍ਹਾਂ 'ਚ ਨਹੀਂ ਸੁੱਟੇ ਗਏ ਤੇ ਅਸੀਂ ਉਹਨਾਂ ਨੂੰ ਟਾਰਗੇਟ ਕਰਾਂਗੇ। ਨਹੀਂ ਮੈਂ ਮੇਰੇ ਮੂੰਹ ਦੇ ਲਫ਼ਜ਼ ਨਹੀਂ ਜਿਹੜੇ ਤੁਸੀਂ ਆਪਣੇ ਮੈਨੂੰ ਪਾ ਦਿੱਤੇ ਨਾ ਮੇਰੇ ਮੂੰਹ 'ਚ, ਮੇਰੇ ਮੂੰਹ ਦੇ ਲਫ਼ਜ਼ ਨਹੀਂ। ਮੈਂ ਇੰਨੇ ਬੰਦੇ ਖੜੇ, ਲਫ਼ਜ਼ ਮੇਰੇ ਮੂੰਹ ਦੇ ਨਹੀਂ। ਤੁਸੀਂ ਨਹੀਂ ਕਿਹਾ ਥੋੜੀ ਦੇਰ ਪਹਿਲਾਂ ਕਿ ਟਾਰਗੇਟ ਆਦ ਹੋ ਗਈ ਜਾਂ ਟਾਰਗੇਟ ਦਾ ਮਤਲਬ ਹੁੰਦਾ ਨਿਸ਼ਾਨਦੇਹੀ। ਤੁਸੀਂ ਹੁਣ ਮੇਰੇ ਮੂੰਹ 'ਚ ਪਾ ਕੇ ਨਾ ਤੇ ਉਹ ਅੱਤਵਾਦ ਨਾ ਲਿਆਓ, ਤੁਹਾਡੀ ਪ੍ਰੈਸ ਗਵਾਹ ਜੇ। ਮੈਂ ਜੋ ਕੁਛ ਕਿਹਾ ਨਾ, ਮੈਂ ਜੋ ਕੁਛ ਕਿਹਾ ਡੰਕੇ ਦੀ ਚੋਟ ਤੇ ਮੰਨੂਗਾ। ਨਹੀਂ, ਮੈਂ ਤੁਹਾਡੇ ਵਰਡ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਸਿਆਸੀ ਤੌਰ ਤੇ ਯਾਰ ਸਿਰਫ ਇਹ ਟਾਰਗੇਟ ਦਾ ਮਤਲਬ ਹੈ ਕਿ ਉਹਨੂੰ ਨਿਸ਼ਾਨੇ ਤੇ ਲਿਆਉਣਾ, ਲੋਕਾਂ ਨੂੰ ਦੱਸਣਾ ਕਿ ਸਾਡਾ ਅਸਲ ਦੁਸ਼ਮਣ ਆ। ਮੇਰਾ ਸਵਾਲ ਇੱਥੇ ਮੌਜੂਦ ਜਿਹੜੇ ਰਾਜਨੀਤਿਕ ਆਗੂ ਆ ਉਹਨਾਂ ਨੂੰ ਆ ਵੀ ਪਿਛਲੀਆਂ ਚੋਣਾਂ ਵੇਲੇ ਵੀ ਇਹ ਗਰਮ ਮੁੱਦਾ ਰਿਹਾ ਸੀ, ਹੁਣ ਚੋਣਾਂ ਫੇਰ ਸਿਰ ਤੇ ਆ। ਫਿਰ ਜਦੋਂ ਇੱਕ ਵਾਰੀ ਇਹ ਸਾਰਾ ਕੁਝ ਹੋ ਜਾਂਦਾ, ਚੋਣਾਂ ਲੰਘ ਜਾਂਦੀਆਂ, ਫਿਰ ਚੰਦ ਕੁ ਲੋਕ ਲੜਨ ਵਾਲੇ ਰਹਿ ਜਾਂਦੇ ਆ। ਯਾਰ ਅਸੀਂ ਧਾਰਮਿਕ ਆ, ਅਸੀਂ ਲੜਾਂਗੇ, ਅਸੀਂ ਇਸ ਇਲੈਕਸ਼ਨ ਤੋਂ ਕੁਝ ਨਹੀਂ ਲੈਣਾ। ਉਹਨਾਂ ਨੂੰ ਸਵਾਲ ਕਰਦਾ ਅਸੀਂ ਕੀ ਕਰੀਏ, ਘਰ ਬਹਿ ਜਾਈਏ। ਮੈਂ ਦੱਸਦਾ ਤੁਸੀਂ ਜਿਹੜਾ ਸਵਾਲ ਪੁੱਛਿਆ ਆਹ ਸਾਨੂੰ ਦੇ ਦਿਓ। ਕਿ ਜਿਵੇਂ ਤੁਹਾਡੇ ਨਾਲ ਇੱਥੇ ਖੜੇ ਨੇ, ਤੁਹਾਡਾ ਚੈਨਲ ਵੀ ਇਹੀ ਹੈ ਨਾ। ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਐਮਐਲਏ ਨਹੀਂ ਬਣਨਾ, ਐਮਪੀ ਨਹੀਂ ਬਣਨਾ, ਮੰਤਰੀ ਨਹੀਂ ਬਣਨਾ।
ਮੈਂ ਲੋਕ ਪ੍ਰੋਫੈਸਰ ਜਗਦੀਪ ਸਿੰਘ ਟੋਡੀ ਦਾ ਬੇਟਾ ਐਲਾਨ ਕਰਦਾ ਕਿ ਅਸੀਂ ਪੂਰੇ ਹੋ ਕੇ ਲੜਾਈ ਲੜਾਂਗੇ। ਇੱਥੇ ਕੋਈ ਕੁਰਸੀ ਨਹੀਂ ਰੋਲ